ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਗਿਆਨਮ ਦੇ ਪਲੇਟਫਾਰਮ ਤੇ ਤੁਹਾਡਾ ਸਵਾਗਤ ਹੈ ਜੀ। ਤੁਸੀਂ ਕਈ ਸਾਰੀਆਂ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਦੇ ਬਾਰੇ ਕਰੰਟ ਅਫੇਅਰ ਦੇ ਵਿੱਚ ਜ਼ਰੂਰ ਸੁਣਦੇ ਹੋਵੋਗੇ ਜੀ। ਉਹਨਾਂ ਦੇ ਵਿੱਚੋਂ ਹੀ ਇੱਕ ਸੰਸਥਾ ਦਾ ਨਾਮ ਹੈ ਵਰਲਡ ਬੈਂਕ। ਅੱਜ ਆਪਾਂ ਵਰਲਡ ਬੈਂਕ ਦੇ ਬਾਰੇ ਗੱਲ ਕਰਨ ਜਾ ਰਹੇ ਹਾਂ ਜੀ, ਜਿਹੜੀ ਕਿ ਮਤਲਬ ਕਿਵੇਂ ਬਣੀ ਹੈਗੀ ਹੈ, ਇਹਦੀ ਵਰਲਡ ਬੈਂਕ ਗਰੁੱਪ ਦੇ ਵਿੱਚ ਕਿਹੜੀਆਂ-ਕਿਹੜੀਆਂ ਹੋਰ ਸੰਸਥਾਵਾਂ ਨੇ, ਇਹਨੂੰ ਬਣਾਉਣ ਦਾ ਮੇਨ ਆਬਜੈਕਟਿਵ ਕੀ ਸੀਗਾ ਤੇ ਇਹਦੇ ਵਿੱਚ ਭਾਰਤ ਦਾ ਮਤਲਬ ਕੀ ਰੋਲ ਰਿਹਾ ਤੇ ਭਾਰਤ ਨੂੰ ਇਹ ਕਿਸ ਤਰੀਕੇ ਨਾਲ ਮਦਦ ਕਰਦਾ ਹੈਗਾ। ਵਰਲਡ ਬੈਂਕ ਬਣਾਉਣ ਦਾ ਮੇਨ ਆਬਜੈਕਟਿਵ ਕੀ ਸੀ ਜੀ? ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਕਿ 1939 ਤੋਂ ਲੈ ਕੇ 45 ਤੱਕ ਚੱਲੀ ਹੈ ਜੀ ਆਪਣੀ ਸੈਕਿੰਡ ਵਰਲਡ ਵਾਰ। ਦੂਸਰਾ ਵਿਸ਼ਵ ਯੁੱਧ ਜਿਹੜਾ ਚੱਲਿਆ ਹੈਗਾ ਜੀ, ਇਹ ਚੱਲਿਆ ਸੀਗਾ ਜਰਮਨੀ, ਇਟਲੀ, ਜਾਪਾਨ ਤੇ ਯੂਕੇ, USA, USSR ਤੇ ਫਰਾਂਸ। ਮਤਲਬ ਇਹਨਾਂ ਦੇਸ਼ਾਂ ਦੇ ਵਿਚਕਾਰ ਜਿਹੜਾ ਹੈ ਆਪਣਾ ਦੂਸਰਾ ਵਿਸ਼ਵ ਯੁੱਧ ਲੜਿਆ ਗਿਆ। ਠੀਕ ਹੈ ਜੀ। ਬਟ ਦੂਸਰੇ ਵਿਸ਼ਵ ਯੁੱਧ ਦੇ ਵਿੱਚ ਮਤਲਬ ਪਹਿਲਾਂ ਤਾਂ ਜਾਪਾਨ, ਜਰਮਨੀ, ਇਟਲੀ ਵਾਲਿਆਂ ਨੇ ਪਹਿਲਾਂ ਤਾਂ ਇਹਨਾਂ ਦੇ ਦੇਸ਼ਾਂ ਦੇ ਉੱਤੇ ਹਮਲਾ ਕੀਤਾ। ਬਾਅਦ ਦੇ ਵਿੱਚ ਇਹਨਾਂ ਨੇ ਰਿਟੈਲੀਏਟ ਕਰਦੇ ਹੋਏ ਆਪਦੇ ਮਤਲਬ ਜਵਾਬਦੇਹੀ ਦੇ ਵਿੱਚ ਜਿਹੜਾ ਹੈ ਬਾਅਦ ਦੇ ਵਿੱਚ ਕਾਊਂਟਰ ਅਟੈਕ ਇਹਨਾਂ ਤੇ ਕੀਤਾ। ਤਾਂ ਹੁਣ ਦੂਸਰੇ ਵਿਸ਼ਵ ਯੁੱਧ ਦੇ ਵਿੱਚ ਕਾਫੀ ਜ਼ਿਆਦਾ ਦੇਸ਼ਾਂ ਦੇ ਜਿਹੜੇ ਮੇਜਰ ਇਕਨੋਮੀ ਸੀਗੀਆਂ ਉਹਨਾਂ ਨੂੰ ਨੁਕਸਾਨ ਝੱਲਣਾ ਪਿਆ, ਕਾਫੀ ਜ਼ਿਆਦਾ ਮਤਲਬ ਜਾਨ ਮਾਲ ਦਾ ਨੁਕਸਾਨ ਹੋਇਆ। ਜਿਸ ਤੋਂ ਬਾਅਦ ਕੀ ਹੋਇਆ ਜੀ, ਵਰਲਡ ਬੈਂਕ ਦੀ ਜਿਹੜੀ ਕਹਾਣੀ ਹੈ ਉਹ ਸ਼ੁਰੂ ਹੁੰਦੀ ਹੈਗੀ ਹੈ। ਹੁਣ ਵਰਲਡ ਬੈਂਕ ਜਿਹੜਾ ਹੈ ਜੀ, ਪਹਿਲਾਂ ਤਾਂ ਇਹ ਕੀ ਆ ਗਿਆ, ਇਹ ਇੱਕ ਇੰਟਰਨੈਸ਼ਨਲ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਹੈ ਜਿਹੜਾ ਕੀ ਕਰਦਾ ਲੋਨ ਜਾਂ ਗ੍ਰਾਂਟ ਦਿੰਦਾ ਹੈਗਾ ਲੋ ਤੇ ਮਿਡਲ ਇਨਕਮ ਕੰਟਰੀਜ਼ ਨੂੰ। ਇਹਦਾ ਕੀ ਮਤਲਬ ਹੋਇਆ ਜੀ, ਇੱਕ ਚੀਜ਼ ਯਾਦ ਰੱਖਣਾ, ਜਿਹੜਾ ਲੋਨ ਹੈ, ਲੋਨ ਤਾਂ ਹੋ ਗਿਆ ਮਤਲਬ ਉਧਾਰ ਦੇਣਾ ਹੋ ਗਿਆ। ਠੀਕ ਹੈ ਜੀ। ਹੁਣ ਜੇ ਤੁਸੀਂ ਕਿਸੇ ਬੰਦੇ ਨੂੰ ਉਧਾਰ ਦੇਣੇ ਹੈਗੇ ਹੋ ਪੈਸੇ, ਤਾਂ ਉਹ ਤੁਹਾਨੂੰ ਪੈਸੇ ਜਿਹੜਾ ਹੈ ਵਿਆਜ ਸਮੇਤ ਵਾਪਸ ਵੀ ਕਰੂਗਾ। ਤਾਂ ਲੋਨ ਜਿਹੜਾ ਹੈਗਾ ਇਹ ਵਾਪਸ ਕੀਤਾ ਜਾਂਦਾ ਜਿਹੜਾ ਕਰਜ਼ਾ ਲਿੱਤਾ ਹੁੰਦਾ ਹੈ। ਬਟ ਗ੍ਰਾਂਟ ਹੈ ਜਿਹੜੀ, ਗ੍ਰਾਂਟ ਨੂੰ ਵਾਪਸ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ। ਠੀਕ ਹੈ ਜੀ। ਤੇ ਜਿਹੜੇ ਘੱਟ ਆਮਦਨੀ ਵਾਲੇ ਦੇਸ਼ ਨੇ ਉਹਨਾਂ ਨੂੰ ਇਹ ਲੋਨ ਪ੍ਰੋਵਾਈਡ ਕਰਨ ਦਾ ਕੰਮ ਕਰਦਾ ਆਪਣਾ ਵਰਲਡ ਬੈਂਕ। ਹੁਣ ਵਰਲਡ ਬੈਂਕ ਬਣਾਉਣ ਦੀ ਕਹਾਣੀ ਸ਼ੁਰੂ ਕਦੋਂ ਹੁੰਦੀ ਹੈ ਜੀ? ਆਪਾਂ ਨੇ ਕੀਤਾ ਕਿ ਜਿਹੜੇ ਜਾਪਾਨ, ਇਟਲੀ ਤੇ ਜਰਮਨੀ ਵਰਗੇ ਦੇਸ਼ ਨੇ, ਇਹਨਾਂ ਨੇ ਫਰਾਂਸ, ਅਮਰੀਕਾ, USSR ਤੇ UK ਦੇ ਉੱਤੇ ਅਟੈਕ ਕੀਤਾ। ਉਸ ਤੋਂ ਬਾਅਦ ਜਦੋਂ 1944 ਦੇ ਵਿੱਚ ਇਹ ਵਰਲਡ ਵਾਰ ਦਾ ਜਿਹੜਾ ਹੈ ਐਂਡ ਹੋਣ ਵਾਲਾ ਸੀ, ਤਾਂ 1 ਜੁਲਾਈ ਤੋਂ ਲੈ ਕੇ ਜੀ 22 ਜੁਲਾਈ 1944 ਤੱਕ ਕੀ ਕੀਤਾ ਗਿਆ, ਆਪਣਾ ਅਮਰੀਕਾ ਦਾ ਇੱਕ ਜਗ੍ਹਾ ਦਾ ਨਾਮ ਹੈ ਬ੍ਰੈਟਨ ਵੁਡਸ। ਠੀਕ ਹੈ ਜੀ। ਇੱਥੇ ਜਿਹੜਾ ਹੈ ਅਲੱਗ-ਅਲੱਗ ਦੇਸ਼ਾਂ ਦੇ ਨੁਮਾਇੰਦੇ ਇਕੱਠੇ ਹੋਏ। ਇਹਨਾਂ ਨੇ ਚਰਚਾ ਜਾਂ ਡਿਸਕਸ਼ਨ ਕੀਤੀ ਕਿ ਆਪਾਂ ਨੂੰ ਇੱਕ ਐਸੀ ਆਰਗੇਨਾਈਜੇਸ਼ਨ ਬਣਾਉਣ ਦੀ ਜ਼ਰੂਰਤ ਹੈ ਜਿਹੜੀ ਕਿ ਦੂਸਰੇ ਵਿਸ਼ਵ ਯੁੱਧ ਸਮੇਂ ਜਿਹੜਾ ਨੁਕਸਾਨ ਹੋ ਗਿਆ ਉਹਦੇ ਰਿਗਾਰਡਿੰਗ ਆਪਾਂ ਨੂੰ ਲੋਨ ਵਗੈਰਾ ਦੇ ਸਕੇ। ਇਸ ਤੋਂ ਇਲਾਵਾ ਕੀ ਹੈ ਜੀ, ਤੁਸੀਂ ਇੱਕ ਹੋਰ ਸੰਸਥਾ ਦੇ ਬਾਰੇ ਸੁਣਿਆ ਹੋਣਾ, ਯੂਨਾਈਟਿਡ ਨੇਸ਼ਨ, ਸੰਯੁਕਤ ਰਾਸ਼ਟਰ ਕਹਿ ਦਿੰਦੇ ਆ ਜੀ ਇਹਨੂੰ ਆਪਾਂ। ਯੂਨਾਈਟਿਡ ਨੇਸ਼ਨ ਹੈ ਜੀ ਜਿਹੜਾ ਇਹ 1945 ਦੇ ਵਿੱਚ ਬਣਦਾ ਹੈਗਾ। ਤਾਂ ਹੁਣ ਜਦੋਂ ਆਪਾਂ ਨੂੰ ਪਤਾ ਵੀ ਯੂਨਾਈਟਿਡ ਨੇਸ਼ਨ ਜਦੋਂ ਬਣੂਗਾ, ਯੂਨਾਈਟਿਡ ਨੇਸ਼ਨ ਦੇ ਬਣਨ ਤੋਂ ਬਾਅਦ ਜਿਹੜਾ ਹੈ ਕਿਤੇ ਨਾ ਕਿਤੇ ਆਪਾਂ ਨੇ ਅਲੱਗ-ਅਲੱਗ ਦੇਸ਼ਾਂ ਦੀ ਗੱਲ ਕਰਨੀ ਹੋਊਗੀ, ਮਾਰਕੀਟ ਫ੍ਰੀ ਇਕਨੋਮੀ ਦੀ ਗੱਲ ਕਰਨੀ ਹੋਊਗੀ, ਕਿਉਂਕਿ ਜਿਹੜਾ ਹੈ 45 ਤੋਂ ਬਾਅਦ, ਇਹਦੇ ਬਣਨ ਤੋਂ ਬਾਅਦ ਜਿਹੜਾ ਹੈ ਕਈ ਸਾਰੇ ਦੇਸ਼ ਆਜ਼ਾਦ ਹੋਣਗੇ। ਜਿਸ ਤਰ੍ਹਾਂ ਹੁਣ 1947 ਦੇ ਵਿੱਚ ਇੰਡੀਆ ਆਜ਼ਾਦ ਹੋਇਆ। ਠੀਕ ਹੈ। ਇਸ ਦੇ ਨਾਲ ਹੀ ਕਈ ਸਾਰੇ ਹੋਰ ਸਾਊਥ ਈਸਟ ਏਸ਼ੀਆ ਦੇ ਵਿੱਚ ਕਈ ਸਾਰੇ ਦੇਸ਼ ਆਜ਼ਾਦ ਹੋਏ ਨੇ। ਹੁਣ ਉਹ ਦੇਸ਼ਾਂ ਨੇ ਕੀ ਕਰਨਾ ਹੈਗਾ, ਦੇਸ਼ਾਂ ਨੇ ਆਜ਼ਾਦ ਹੋਣ ਤੋਂ ਬਾਅਦ ਆਪਦੀ ਤਰੱਕੀ ਲਈ ਕੰਮ ਕਰਨਾ ਹੈਗਾ। ਇੱਕ ਤਾਂ ਜਿਹੜਾ ਹੈ ਵੱਡੀਆਂ ਇਕਨੋਮੀਜ਼ ਲਈ ਇਹ ਮਾਰਕੀਟ ਕ੍ਰੀਏਟ ਹੋਊਗੀ, ਦੂਸਰਾ ਕੀ ਹੋ ਗਿਆ, ਜਿਹੜੇ ਇੰਡੀਆ ਜਿਹੇ ਦੇਸ਼ ਹੋਣਗੇ ਇਹਨਾਂ ਨੇ ਆਪਦੀ ਤਰੱਕੀ ਲਈ ਕੰਮ ਕਰਨਾ ਹੋ। ਹੁਣ ਤਰੱਕੀ ਲਈ ਕੰਮ ਕਰਨ ਦੇ ਲਈ ਪੈਸੇ ਦੀ ਲੋੜ ਤਾਂ ਪਏਗੀ ਹੀ, ਜਿਹਦੇ ਕਰਕੇ ਕੀ ਹੈ, ਆਪਾਂ ਨੂੰ ਇੱਕ ਐਸੀ ਸੰਸਥਾ ਬਣਾਉਣ ਦੀ ਜ਼ਰੂਰਤ ਹੈਗੀ ਹੈ ਜਿਹੜੀ ਕਿ ਇਹੋ ਜਿਹੇ ਦੇਸ਼ਾਂ ਨੂੰ, ਜਿਹੜੇ ਲੋ ਐਂਡ ਮਿਡਲ ਇਨਕਮ ਕੰਟਰੀਜ਼ ਹੋਣਗੀਆਂ, ਉਹਨਾਂ ਨੂੰ ਲੋਨ ਪ੍ਰੋਵਾਈਡ ਕਰਨ ਦਾ ਕੰਮ ਕਰੇ। ਤਾਂ ਇਸ ਚੀਜ਼ ਨੂੰ ਮੁੱਖ ਰੱਖਦੇ ਹੋਏ ਜਿਹੜਾ ਹੈ ਜੀ 1 ਜੁਲਾਈ ਤੋਂ ਲੈ ਕੇ 22 ਜੁਲਾਈ 1944 ਤੱਕ ਅਮਰੀਕਾ ਦੇ ਬ੍ਰੈਟਨ ਵੁਡ ਸ਼ਹਿਰ ਦੇ ਵਿੱਚ ਜਿਹੜਾ ਹੈ ਜੀ ਇਹ ਮੀਟਿੰਗ ਆਰਗੇਨਾਈਜ਼ ਕੀਤੀ ਗਈ, ਜਿਸ ਦੇ ਵਿੱਚ ਕਈ ਸਾਰੇ ਲੀਡਰਸ ਜਾਂ ਡਿਪਲੋਮੈਟਸ ਪ੍ਰੈਜ਼ੈਂਟ ਹੋਏ। ਇਹੀ ਜਗ੍ਹਾ ਤੇ ਜਿਹੜਾ ਹੈ ਜੀ ਜਿਹੜੀ ਇਹ ਬ੍ਰੈਟਨ ਵੁਡਸ ਕਾਨਫਰੰਸ ਹੈ, ਇਸ ਨੂੰ ਯੂਨਾਈਟਿਡ ਨੇਸ਼ਨ ਮੋਨੇਟਰੀ ਐਂਡ ਫਾਈਨੈਂਸ਼ੀਅਲ ਕਾਨਫਰੰਸ ਵੀ ਕਹਿ ਦਿੰਦੇ ਨੇ ਜੀ। 1 ਜੁਲਾਈ ਨੂੰ ਇਹ ਸ਼ੁਰੂ ਹੋਈ ਸੀ ਤੇ 22 ਜੁਲਾਈ ਤੱਕ ਇਹ ਕੰਡਕਟ ਕੀਤੀ ਗਈ ਤੇ ਟੋਟਲ ਇਹਦੇ ਵਿੱਚ 730 ਡੈਲੀਗੇਟਸ ਨੇ ਪਾਰਟਿਸਿਪੇਸ਼ਨ ਕੀਤੀ ਹੈਗੀ ਹੈ। ਹੁਣ ਇਹ ਮੀਟਿੰਗ ਦੇ ਦੌਰਾਨ ਕੀ ਕੀਤਾ ਗਿਆ ਜੀ, ਇਹ ਮੀਟਿੰਗ ਤੋਂ ਬਾਅਦ ਜਿਹੜਾ ਹੈ ਆਪਣਾ ਵਰਲਡ ਬੈਂਕ ਤੇ ਇੰਟਰਨੈਸ਼ਨਲ ਮੋਨੇਟਰੀ ਫੰਡ IMF, ਠੀਕ ਹੈ ਜੀ, ਇਹ ਜਿਹੜੀਆਂ ਦੋ ਆਰਗੇਨਾਈਜੇਸ਼ਨਸ ਨੇ ਇਹ ਬਣ ਕੇ ਤਿਆਰ ਹੋਈਆਂ ਨੇਗੀਆਂ ਤੇ ਇਹਨਾਂ ਨੂੰ ਜਿਹੜਾ ਹੈ IMF ਤੇ ਵਰਲਡ ਬੈਂਕ ਨੂੰ ਬ੍ਰੈਟਨ ਵੁਡਸ ਟਵਿਨਸ ਵੀ ਕਹਿ ਦਿੰਦੇ ਨੇ।
ਟਵਿਨਸ ਮਤਲਬ ਕੀ ਹੁੰਦਾ ਜੀ, ਜੁੜਵਾ ਹੁੰਦਾ ਹੈਗਾ ਵੀ ਬ੍ਰੈਟਨ ਵੁੱਡ ਜਗ੍ਹਾ ਤੋਂ ਕਿਹੜੀਆਂ ਦੋ ਸੰਸਥਾਵਾਂ ਬਣ ਕੇ ਨਿਕਲੀਆਂ ਨੇ, ਇੱਕ ਤਾਂ ਹੋ ਗਈ ਵਰਲਡ ਬੈਂਕ, ਦੂਸਰੀ ਹੋ ਗਈ ਜੀ IMF। ਤੇ ਜਦੋਂ ਵਰਲਡ ਬੈਂਕ ਬਣਾਇਆ ਗਿਆ, ਵਰਲਡ ਬੈਂਕ ਦਾ ਨਾਮ ਇਹ ਮਤਲਬ ਆਪਾਂ ਇਹਨੂੰ ਵਰਲਡ ਬੈਂਕ ਨਹੀਂ ਕਹਿੰਦੇ ਸੀ, ਇਸ ਦਾ ਨਾਮ ਸੀ ਇੰਟਰਨੈਸ਼ਨਲ ਬੈਂਕ ਫॉर ਰੀਕਨਸਟਰਕਸ਼ਨ ਐਂਡ ਡਿਵੈਲਪਮੈਂਟ। ਠੀਕ ਹੈ ਜੀ, ਇੰਟਰਨੈਸ਼ਨਲ ਬੈਂਕ ਫॉर ਰੀਕਨਸਟਰਕਸ਼ਨ ਐਂਡ ਡਿਵੈਲਪਮੈਂਟ ਦਾ ਇਹਦਾ ਸ਼ੁਰੂ ਦੇ ਵਿੱਚ ਨਾਮ ਰੱਖਿਆ ਗਿਆ, ਬਟ ਬਾਅਦ ਦੇ ਵਿੱਚ ਇਹਦਾ ਨਾਮ ਰੱਖਿਆ ਜਾਂਦਾ ਇੰਟਰਨੈਸ਼ਨਲ ਡਿਵੈਲਪਮੈਂਟ ਐਸੋਸੀਏਸ਼ਨ। ਇੰਟਰਨੈਸ਼ਨਲ ਡਿਵੈਲਪਮੈਂਟ ਐਸੋਸੀਏਸ਼ਨ ਤੇ IBRD, ਇਹਨਾਂ ਦੋਨਾਂ ਸੰਸਥਾਵਾਂ ਨੂੰ ਮਿਲਾ ਕੇ ਹੀ ਆਪਾਂ ਨਾਮ ਦਿੰਨੇ ਹੈਗੇ ਆ ਵਰਲਡ ਬੈਂਕ ਦਾ। ਹੁਣ ਚੱਲਦੇ ਆ ਜੀ ਵਰਲਡ ਬੈਂਕ ਦੀ ਮੇਜਰ ਜਿਹੜਾ ਹੈ ਇਹਦੀ ਮੈਂਬਰਸ਼ਿਪ ਦੇ ਬਾਰੇ। ਵਰਲਡ ਬੈਂਕ ਦੀ ਜੇ ਕਿਸੇ ਕੰਟਰੀ ਨੇ ਮੈਂਬਰਸ਼ਿਪ ਲੈਣੀ ਹੋਵੇ ਤਾਂ ਪਹਿਲਾਂ ਉਹਨੂੰ ਜਿਹੜਾ ਹੈ IMF ਦਾ ਮੈਂਬਰ ਬਣਨਾ ਪਊ। ਇੱਕ ਹੋਰ ਚੀਜ਼ ਯਾਦ ਰੱਖਿਓ ਜੀ, ਜੌਨ ਮੇਨਾਰਡ ਕੀਨਜ਼ ਐਂਡ ਹੈਰੀ ਡੈਕਸਟਰ, ਇਹਨਾਂ ਦੋ ਬੰਦਿਆਂ ਦਾ ਮੇਜਰ ਰੋਲ ਮੰਨਿਆ ਜਾਂਦਾ ਵਰਲਡ ਬੈਂਕ ਗਰੁੱਪ ਨੂੰ ਜਾਂ ਵਰਲਡ ਬੈਂਕ ਨੂੰ ਬਣਾਉਣ ਦੇ ਵਿੱਚ। ਠੀਕ ਹੈ ਜੀ, ਇਹਨਾਂ ਨੂੰ ਫਾਊਂਡਿੰਗ ਫਾਦਰ ਆਫ ਵਰਲਡ ਬੈਂਕ ਐਂਡ IMF ਵੀ ਕਹਿ ਦਿੰਦੇ ਨੇ, ਜੌਨ ਮੇਨਾਰਡ ਕੀਨਜ਼ ਐਂਡ ਹੈਰੀ ਡੈਕਸਟਰ ਨੂੰ। ਹੁਣ ਇਹਦੇ ਵਿੱਚ ਕੀ ਆਇਆ ਜੀ, ਜਦੋਂ ਵਰਲਡ ਬੈਂਕ ਬਣਾਇਆ ਗਿਆ, ਹੁਣ ਵਰਲਡ ਬੈਂਕ ਦਾ ਮੇਜਰ ਆਬਜੈਕਟਿਵ ਕੀ ਹੈਗਾ ਕਿ ਉਹਨੇ ਜਿਹੜਾ ਹੈ ਲੋ ਐਂਡ ਮਿਡਲ ਇਨਕਮ ਕੰਟਰੀਜ਼ ਨੂੰ ਲੋਨ ਪ੍ਰੋਵਾਈਡ ਕਰਨਾ ਹੈਗਾ। ਅਗਰ ਕਿਸੇ ਕੰਟਰੀ ਨੇ ਵਰਲਡ ਬੈਂਕ ਗਰੁੱਪ ਦੇ ਅਲੱਗ-ਅਲੱਗ ਸੰਸਥਾਵਾਂ ਜਾਂ ਆਰਗੇਨਾਈਜੇਸ਼ਨਸ ਦੇ ਬਾਰੇ ਹੁਣੀ ਡਿਸਕਸ਼ਨ ਕਰਾਂਗੇ। ਉਹਨਾਂ ਦੇ ਵਿੱਚੋਂ ਅਗਰ ਇੰਟਰਨੈਸ਼ਨਲ ਡਿਵੈਲਪਮੈਂਟ ਐਸੋਸੀਏਸ਼ਨ ਹੋ ਗਿਆ, ਇੰਟਰਨੈਸ਼ਨਲ ਫਾਈਨੈਂਸ ਕਾਰਪੋਰੇਸ਼ਨ ਹੋ ਗਿਆ, ਮਲਟੀਲੇਟਰਲ ਇਨਵੈਸਟਮੈਂਟ ਗਰੰਟੀ ਏਜੰਸੀ ਹੋ ਗਿਆ। ਠੀਕ ਹੈ ਜੀ, ਅਗਰ ਇਹਨਾਂ ਦਾ ਵਰਲਡ ਬੈਂਕ ਗਰੁੱਪ ਦੇ ਅੰਦਰ ਹੀ ਇਹ ਤਿੰਨੇ ਆਰਗੇਨਾਈਜੇਸ਼ਨਸ ਆਉਂਦੀਆਂ ਨੇ ਤੇ IBRD ਦਾ ਪਹਿਲਾ ਮੈਂਬਰ ਬਣਨਾ ਜ਼ਰੂਰੀ ਹੋਊਗਾ, ਕਿਉਂਕਿ ਇੱਕ ਤਾਂ ਹੁੰਦੇ ਨੇ ਜੀ ਡਿਵੈਲਪਡ ਇਕਨੋਮੀਜ਼ ਜਿਹੜੇ ਕਿ ਵਿਕਾਸ ਕਰ ਚੁੱਕੇ ਨੇ, ਜਿਵੇਂ ਅਮਰੀਕਾ ਹੋ ਗਿਆ, ਜਾਪਾਨ ਹੋ ਗਿਆ। ਦੂਜੇ ਹੁੰਦੇ ਨੇ ਜੀ ਡਿਵੈਲਪਿੰਗ ਇਕਨੋਮੀਜ਼ ਜਿਹੜੇ ਕਿ ਹੁਣ ਵਿਕਾਸ ਦੀ ਰਾਹ ਤੇ ਚੱਲ ਰਹੇ ਨੇਗੇ, ਜਿਵੇਂ ਕਿ ਆਪਣਾ ਭਾਰਤ ਹੋ ਗਿਆ, ਚਾਈਨਾ ਹੋ ਗਿਆ। ਠੀਕ ਹੈ ਜੀ, ਤੇ ਹੁਣ ਇਹਦਾ ਮੇਜਰ ਆਬਜੈਕਟਿਵ ਕੀ ਹੈ ਕਿ ਇਹਨੇ ਲੋ ਐਂਡ ਮਿਡਲ ਇਨਕਮ ਕੰਟਰੀਜ਼ ਨੂੰ ਲੋਨ ਪ੍ਰੋਵਾਈਡ ਕਰਨਾ ਹੈਗਾ। ਬਟ ਹੁਣ ਇਹਦੇ ਵਿੱਚ ਜਿਹੜੀ ਵਰਲਡ ਬੈਂਕ ਦੀ ਜਿਹੜੀ ਫੰਡਿੰਗ ਵਗੈਰਾ ਹੁੰਦੀ ਹੈ ਵੀ ਇਹ ਪੈਸਾ ਵਗੈਰਾ ਕਿਵੇਂ ਕਮਾਉਂਦਾ ਹੈਗਾ, ਤਾਂ ਵਰਲਡ ਬੈਂਕ ਦੇ ਜਿਹੜੇ ਅਲੱਗ-ਅਲੱਗ ਮੈਂਬਰ ਹੁੰਦੇ ਨੇ, ਹੁਣ ਜਿਵੇਂ ਅੱਜ ਦੀ ਡੇਟ ਦੇ ਵਿੱਚ ਵਰਲਡ ਬੈਂਕ ਦੇ 189 ਕੰਟਰੀਜ਼ ਮੈਂਬਰ ਨੇਗੀਆਂ, ਤੇ ਵਰਲਡ ਬੈਂਕ ਦੇ ਹੁਣ ਜਿਹੜੇ 199 ਕੰਟਰੀਜ਼ ਮੈਂਬਰ ਨੇਗੇ, ਇਹ ਕੀ ਕਰਦੀਆਂ ਨੇਗੀਆਂ, ਬੇਸਿਕਲੀ ਇਹ ਇੱਕ ਕੋਆਪਰੇਟਿਵ ਬੈਂਕ ਦੀ ਤਰ੍ਹਾਂ, ਜਿਹੜੇ IBRD ਹੈ ਇੱਕ ਕੋਆਪਰੇਟਿਵ ਬੈਂਕ ਦੀ ਤਰ੍ਹਾਂ ਕੰਮ ਕਰਦੀ ਹੈ। ਕੋਆਪਰੇਟਿਵ ਬੈਂਕ ਦਾ ਕੰਸੈਪਟ ਕੀ ਹੈ, ਜਿਸ ਦੇ ਵਿੱਚ ਸਪੋਜ਼ ਕਰੋ ਤੁਸੀਂ 10 ਬੰਦਿਆਂ ਨੇ ਰਲ ਕੇ ਕੋਈ ਆਰਗੇਨਾਈਜੇਸ਼ਨ ਸ਼ੁਰੂ ਕੀਤੀ, ਉਹਦੇ ਤੁਸੀਂ ਮਾਲਕ ਵੀ ਬਣ ਸਕਦੇ ਹੋ ਤੇ ਉਹਦੇ ਤੁਸੀਂ ਜਿਹੜਾ ਹੈ ਕਸਟਮਰ ਵੀ ਬਣ ਸਕਦੇ ਹੋ। ਤਾਂ 199 ਕੰਟਰੀਜ਼ ਜਿਹੜਾ ਹੈ ਇਹਦੇ ਵਿੱਚ ਸ਼ੇਅਰ ਹੋਲਡ ਕਰਦੀਆਂ ਨੇਗੀਆਂ। ਤਾਂ ਹੁਣ ਜਿਹੜੇ ਤਕੜੇ ਦੇਸ਼ ਨੇਗੇ, ਡਿਵੈਲਪਡ ਇਕਨੋਮੀਜ਼ ਨੇਗੀਆਂ, ਇਹ ਹੁਣ ਕਹਿਣਗੀਆਂ ਵੀ ਸਾਡਾ ਪੈਸਾ ਗਰੀਬ ਦੇਸ਼ਾਂ ਨੂੰ ਕਿਉਂ ਵੰਡਿਆ ਜਾਵੇ। ਤਾਂ ਇਸ ਚੀਜ਼ ਤੋਂ ਬਚਣ ਦੇ ਲਈ ਕੀ ਕਿਹਾ ਆਪਾਂ ਨੇ, ਵੀ ਪਹਿਲਾਂ ਤਾਂ ਜਿਹੜਾ ਹੈ ਕਿਸੇ ਨੇ ਵਰਲਡ ਬੈਂਕ ਦਾ ਮੈਂਬਰ ਬਣਨਾ, ਤਾਂ ਪਹਿਲਾਂ ਕੋਈ ਆਰਗੇਨਾਈਜੇਸ਼ਨ IMF ਦੀ ਮੈਂਬਰ ਬਣੂਗੀ, ਤਾਂ ਹੀ ਉਹ ਆਰਗੇਨਾਈਜੇਸ਼ਨ ਨੂੰ ਜਿਹੜਾ ਹੈ ਬਾਅਦ ਦੇ ਵਿੱਚ ਵਰਲਡ ਬੈਂਕ ਦੀ ਮੈਂਬਰਸ਼ਿਪ ਦਿੱਤੀ ਜਾਊਗੀ। ਤੇ ਵਰਲਡ ਬੈਂਕ ਦੇ ਵਿੱਚ ਵੀ ਪਹਿਲਾਂ ਜਿਹੜਾ ਹੈ IBRD ਨੂੰ ਜੁਆਇਨ ਕਰਨਾ ਪਵੇਗਾ। IBRD ਨੂੰ ਜੁਆਇਨ ਕਰਨ ਤੋਂ ਬਾਅਦ ਹੀ ਜਿਹੜਾ ਹੈ IDA, IFC ਤੇ MIGA ਦੇ ਆਪਾਂ ਮੈਂਬਰ ਬਣ ਸਕਦੇ ਹੈਗੇ। ਤੇ ਅੱਜ ਦੀ ਡੇਟ ਦੇ ਵਿੱਚ ਦੇਖਿਆ ਜਾਵੇ ਤੇ ਇਹਦੇ ਜਿਹੜਾ ਹੈ 189 ਮੈਂਬਰਸ ਨੇ, ਤੇ ਇੰਡੀਆ ਵੀ ਇਹਨਾਂ ਦੇ ਵਿੱਚੋਂ ਇੱਕ ਮੈਂਬਰ ਹੈ ਜੀ। ਹੁਣ ਵਰਲਡ ਬੈਂਕ ਤੇ IMF ਦੇ ਵਿੱਚ ਫਰਕ ਕੀ ਹੈਗਾ, ਜਿਹੜੀਆਂ ਇਹ ਦੋਨੋਂ ਸੰਸਥਾਵਾਂ ਬਣੀਆਂ ਨੇ। ਵਰਲਡ ਬੈਂਕ ਦਾ ਮੇਜਰ ਆਬਜੈਕਟਿਵ ਕੀ ਹੈ ਜੀ, ਵਰਲਡ ਬੈਂਕ ਦਾ ਪਹਿਲਾ ਤਾਂ ਆਬਜੈਕਟਿਵ ਹੈਗਾ, ਕਿਸ ਪਰਪਸ ਲਈ ਬਣਾਇਆ ਗਿਆ ਸੀ ਕਿ ਆਪਾਂ ਨੇ ਲੋ ਐਂਡ ਮਿਡਲ ਇਨਕਮ ਕੰਟਰੀਜ਼ ਨੂੰ ਲੋਨ ਪ੍ਰੋਵਾਈਡ ਕਰਨਾ ਹੈ। ਹੁਣ ਵਰਲਡ ਬੈਂਕ ਜਿਹੜਾ ਹੈ, ਅਗਰ ਆਪਾਂ ਨੇ ਦੇਸ਼ ਦੇ ਵਿੱਚ ਕੋਈ ਵੀ ਡਿਵੈਲਪਿੰਗ ਪ੍ਰੋਜੈਕਟ ਲਗਾਉਣਾ ਹੈਗਾ, ਡਿਵੈਲਪਮੈਂਟ ਦੇ ਰਿਗਾਰਡਿੰਗ ਜਾਂ ਡਿਵੈਲਪਿੰਗ ਕੋਈ ਪ੍ਰੋਜੈਕਟ ਲਗਾਉਣਾ, ਸਪੋਜ਼ ਕਰੋ ਸਰਕਾਰ ਨੇ ਕਿਤੇ ਰੋਡ ਬਣਾਉਣਾ ਹੈਗਾ, ਕਿਤੇ ਡੈਮ ਬਣਾਉਣਾ ਹੈ, ਕਿਤੇ ਬ੍ਰਿਜ ਬਣਾਉਣਾ ਹੈਗਾ। ਠੀਕ ਹੈ ਜੀ, ਤਾਂ ਹੁਣ ਸਪੋਜ਼ ਕਰੋ ਜੇ ਭਾਰਤ ਸਰਕਾਰ ਕਹਿ ਦੇ ਵੀ ਅਸੀਂ ਬਿਹਾਰ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਕਿਤੇ ਰੋਡ ਬਣਾਉਣਾ ਹੈਗਾ। ਹੁਣ ਜੇ ਰੋਡ ਬਣਾਉਣਾ ਹੋਊਗਾ ਤਾਂ ਪਹਿਲਾਂ ਤਾਂ ਲੋਕਾਂ ਨੂੰ ਉੱਥੇ ਰੁਜ਼ਗਾਰ ਮਿਲੂਗੀ ਜਿੱਥੇ ਇਹ ਸੜਕ ਬਣਾਈ ਜਾਊਗੀ। ਦੂਜਾ ਕੀ ਹੈਗਾ, ਇਨ ਫਿਊਚਰ ਇਹਦੇ ਤੋਂ ਕੀ ਹੈ, ਸਰਕਾਰ ਕਈ ਸਾਰੇ ਮਲਟੀਪਰਪਸ ਪ੍ਰੋਜੈਕਟਸ ਨੂੰ ਕੈਰੀ ਔਨ ਕਰ ਸਕਦੀ ਹੈ ਆਪਦੇ ਲਈ, ਜਿਹੜਾ ਹੈ ਮਤਲਬ ਕਈ ਸਮਾਨ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਟਰਾਂਸਪੋਰਟ ਕਰਨ ਦਾ ਕੰਮ ਕੀਤਾ ਜਾਊਗਾ, ਜਿਹਦੇ ਨਾਲ ਕੀ ਹੈਗਾ ਕਨੈਕਟੀਵਿਟੀ ਵਧੂਗੀ। ਕਨੈਕਟੀਵਿਟੀ ਦੇ ਨਾਲ ਕੀ ਹੈ, ਓਵਰਆਲ ਉਹ ਰੀਜਨ ਦੀ ਕੀ ਹੈ ਗਰੋਥ ਹੋਊਗੀ। ਸਪੋਜ਼ ਕਰੋ ਅਗਰ ਸਰਕਾਰ ਕਹੇ ਕਿ ਸਰਕਾਰ ਨੇ ਕੋਈ ਫੈਕਟਰੀ ਖੜੀ ਕਰਨੀ ਹੈ, ਸਰਕਾਰ ਨੇ ਕੋਈ ਕੰਪਨੀ ਖੜੀ ਕਰਨੀ ਹੈ। ਠੀਕ ਹੈ ਜੀ, ਅਗਰ ਸਰਕਾਰ ਨੇ ਸਪੋਜ਼ ਕਰੋ ਆਪਾਂ ਕਹਿ ਦਈਏ ਕਿ ਸਰਕਾਰ ਨੇ ਕੋਈ ਮੈਨੂਫੈਕਚਰਿੰਗ ਸੈਕਟਰ ਖੜਾ ਕਰਨਾ, ਕੋਈ ਚੀਜ਼ ਬਣਾਉਣ ਵਾਲੀ ਕੰਪਨੀ ਖੜੀ ਕਰਨੀ ਹੈ। ਸਿੰਪਲ ਜੀ ਐਗਜ਼ਾਮਪਲ ਦੇ ਤੌਰ ਤੇ ਸਪੋਜ਼ ਕਰੋ ਕਿ ਸਰਕਾਰ ਕਹੇ ਅਸੀਂ ਇੱਕ ਕਾਰ ਦੀ ਫੈਕਟਰੀ ਖੜੀ ਕਰਨੀ ਹੈ। ਠੀਕ ਹੈ ਜੀ, ਹੁਣ ਜੇ ਕਾਰ ਦੀ ਫੈਕਟਰੀ ਖੜੀ ਕਰਨੀ ਹੈ ਤਾਂ ਕਿਤੇ ਨਾ ਕਿਤੇ ਜਿਹੜਾ ਹੈ ਆਪਾਂ ਨੂੰ ਕਾਰ ਬਣਾਉਣ ਲਈ ਰॉ ਮਟੀਰੀਅਲ ਚਾਹੀਦਾ ਹੋਊਗਾ। ਰॉ ਮਟੀਰੀਅਲ ਦੇ ਵਿੱਚ ਕੀ ਆ ਗਿਆ, ਪਹਿਲਾਂ ਤਾਂ ਆਪਣਾ ਸਟੀਲ ਆ ਗਿਆ,
ਹੁਣ ਜੇ ਸਟੀਲ ਆ ਗਿਆ, ਸਟੀਲ ਨੂੰ ਪਿਓਰੀਫਾਈ ਕਰਨ ਦੇ ਲਈ ਆਪਾਂ ਨੂੰ ਜਿਹੜਾ ਹੈ ਕੋਲ ਵਗੈਰਾ ਵੀ ਚਾਹੀਦਾ ਹੋਊਗਾ, ਕੋਇਲਾ ਵਗੈਰਾ, ਠੀਕ ਹੈ ਜੀ। ਤਾਂ ਉੱਥੇ ਜਿਹੜਾ ਹੈ ਸਟੀਲ ਇੰਡਸਟਰੀ ਵੀ ਆ ਗਈ, ਕਿਤੇ ਜਿੱਥੇ ਫੈਕਟਰੀ ਲੱਗੂਗੀ ਉੱਥੇ ਕੋਇਲਾ ਇੰਡਸਟਰੀ ਵੀ ਆ ਗਈ। ਹੁਣ ਜੇ ਗੱਡੀ ਬਣਾਉਣੀ ਹੈ ਆਪਾਂ ਨੇ, ਗੱਡੀ ਬਣਾਉਣ ਦੇ ਲਈ ਕੀ ਆਪਾਂ ਨੂੰ ਟਾਇਰ ਚਾਹੀਦੇ ਹੋਣਗੇ, ਤਾਂ ਰਬੜ ਇੰਡਸਟਰੀ ਆ ਗਈ। ਇਸ ਤੋਂ ਇਲਾਵਾ ਕੀ ਹੈ, ਜੇ ਰਬੜ ਇੰਡਸਟਰੀ ਆ ਗਈ ਉੱਥੇ, ਤਾਂ ਰਬੜ ਇੰਡਸਟਰੀ ਦੇ ਨਾਲ ਨਾਲ ਜਿਹੜਾ ਹੈ ਹੁਣ ਗੱਡੀ ਦੇ ਵਿੱਚ ਕਈ ਸਾਰੇ ਇਲੈਕਟ੍ਰੋਨਿਕ ਦੇ ਕੰਪੋਨੈਂਟ ਲੱਗਣਗੇ, ਤਾਂ ਇਲੈਕਟ੍ਰੋਨਿਕ ਇੰਡਸਟਰੀ ਆ ਗਈ, ਠੀਕ ਹੈ ਜੀ। ਹੁਣ ਕੰਮ ਕਰਨ ਦੇ ਲਈ ਜਿਹੜਾ ਹੈ ਆਪਾਂ ਨੂੰ ਕੰਪਨੀ ਦੇ ਵਿੱਚ ਵਰਕਰਸ ਦੀ ਲੋੜ ਹੈਗੀ ਆ, ਤਾਂ ਕੰਪਨੀਜ਼ ਦੇ ਵਰਕਰ ਨੂੰ ਮੁੱਦਾ ਰੱਖਦੇ ਹੋਏ ਸਰਕਾਰ ਨੇ ਕੀ ਕੀਤਾ, ਉੱਥੇ ਕੁਆਟਰ ਵਗੈਰਾ ਵੀ ਬਣਾਉਣੇ ਸ਼ੁਰੂ ਕੀਤੇ। ਹੁਣ ਜਦੋਂ ਕੁਆਟਰ ਵਗੈਰਾ ਬਣ ਗਏ ਤਾਂ ਇੰਪਲੋਇਜ਼ ਵਗੈਰਾ ਵੀ ਆ ਗਏ, ਉੱਥੇ ਮੈਨ ਪਾਵਰ ਆ ਗਈ, ਲੇਬਰ ਆ ਗਈ। ਹੁਣ ਜੇ ਵਰਕਰ ਉੱਥੇ ਕੰਮ ਕਰਨਗੇ ਤਾਂ ਵਰਕਰਸ ਨੂੰ ਕੀ ਹੈ, ਸੈਲਰੀ ਵਗੈਰਾ ਮਿਲੂਗੀ। ਜੇ ਸੈਲਰੀ ਮਿਲੂਗੀ ਤਾਂ ਹੁਣ ਸੈਲਰੀ ਨੂੰ ਕਿਤੇ ਜਮ੍ਹਾਂ ਵੀ ਕਰਨਗੇ, ਤਾਂ ਜਮ੍ਹਾਂ ਕਰਨ ਲਈ ਕੀ ਹੈ, ਹੁਣ ਉੱਥੇ ਬੈਂਕਿੰਗ ਫੈਸਿਲਿਟੀਜ਼ ਵੀ ਆ ਗਈਆਂ, ਠੀਕ ਹੈ। ਅਗਰ ਜੇ ਹੁਣ ਉੱਥੇ ਵਰਕਰ ਕੰਮ ਕਰ ਰਹੇ ਹੋਣਗੇ ਤਾਂ ਵਰਕਰਸ ਨੂੰ ਕੰਮ ਕਰਦਾ ਦੇਖਦੇ ਹੋਏ ਜਿਹੜਾ ਹੈ ਉੱਥੇ ਕਿਸੇ ਬਿਮਾਰੀ ਹੋਣ ਦੇ ਚਾਂਸ ਵੀ ਹੁੰਦੇ ਨੇ, ਤਾਂ ਉੱਥੇ ਜਿਹੜਾ ਹੈ ਹਸਪੀਟਲਸ ਜਿਹੜਾ ਹੈ ਹੈਲਥ ਦੇ ਮੁੱਦੇ ਨਜ਼ਰ ਰੱਖਦੇ ਹੋਗੇ। ਹੁਣ ਜੇ ਉੱਥੇ ਕਿਤੇ ਵਰਕਰਸ ਕੰਮ ਕਰ ਰਹੇ ਹੋਣਗੇ ਤਾਂ ਵਰਕਰਸ ਦਾ ਪਰਿਵਾਰ ਵੀ ਨਾਲ ਰਿਹਾ ਕਰੂਗਾ, ਠੀਕ ਹੈ ਜੀ। ਤਾਂ ਵਰਕਰਸ ਦੇ ਜਿਹੜੇ ਬੱਚੇ ਨੇਗੇ ਉਹ ਸਕੂਲ ਵਗੈਰਾ ਵਿੱਚ ਪੜ੍ਹਨ ਲਈ ਜਾਣਗੇ, ਤਾਂ ਇੱਥੋਂ ਦੀ ਕੀ ਹੋ ਗਿਆ, ਐਜੂਕੇਸ਼ਨ ਦੇ ਲਈ ਸਕੂਲ ਜਾਂ ਕਾਲਜਿਸ ਵਗੈਰਾ ਵੀ ਆ ਗਏ। ਤਾਂ ਕੀ ਹੋਇਆ, ਇੱਕ ਇੰਡਸਟਰੀ ਸੈਟਅਪ ਹੋਣ ਦੇ ਨਾਲ ਇੱਕ ਰੀਜਨ ਦੀ ਓਵਰਆਲ ਡਿਵੈਲਪਮੈਂਟ ਇਸ ਤਰੀਕੇ ਨਾਲ ਹੁੰਦੀ ਹੈਗੀ ਹੈ, ਠੀਕ ਹੈ ਜੀ। ਤਾਂ ਅਗਰ ਕੋਈ ਇਦਾਂ ਦਾ ਆਪਾਂ ਨੇ ਡਿਵੈਲਪਮੈਂਟਲ ਪ੍ਰੋਜੈਕਟ ਸ਼ੁਰੂ ਕਰਨਾ ਹੋਵੇ ਤਾਂ ਆਪਾਂ ਲੋਨ ਲੈਣ ਲਈ ਜਾਵਾਂਗੇ ਵਰਲਡ ਬੈਂਕ ਦੇ ਕੋਲੇ, ਠੀਕ ਹੈ ਜੀ। ਇੱਥੇ ਤੱਕ ਆਈ ਗੈਸ ਕਲੀਅਰ ਹੋ ਗਿਆ ਹੋਊਗਾ। दूसरा है जी अपने लवे IMF, इंटरनेशनल मॉनेटरी फंड। IMF ਦਾ ਮੇਜਰ ਆਬਜੈਕਟਿਵ ਕੀ ਹੈ ਜੀ, ਜਦੋਂ ਕਿਸੇ ਦੇਸ਼ ਦੇ ਵਿੱਚ ਬੈਲੈਂਸ ਆਫ ਪੇਮੈਂਟ ਕ੍ਰਾਈਸਿਸ ਆ ਜਾਣ। ਬੈਲੈਂਸ ਆਫ ਪੇਮੈਂਟ ਕ੍ਰਾਈਸਿਸ ਮਤਲਬ ਕੀ ਹੋਇਆ ਜੀ, ਕਿ ਜਦੋਂ ਆਪਣੇ ਫੋਰੈਕਸ ਰਿਜ਼ਰਵ ਦੇ ਵਿੱਚ ਇੰਪੋਰਟ ਕਰਨ ਲਈ ਪੈਸਾ ਨਾ ਹੀ ਬਚੇ ਜਾਂ ਬਹੁਤ ਘੱਟ ਬਚੇ, ਇਸ ਚੀਜ਼ ਨੂੰ ਆਪਾਂ ਕਹਿ ਦਿੰਦੇ ਬੈਲੈਂਸ ਆਫ ਪੇਮੈਂਟ ਕ੍ਰਾਈਸਿਸ। 1991 ਦੇ ਵਿੱਚ ਤੁਸੀਂ ਸੁਣਿਆ ਹੋਣਾ ਕਿ ਭਾਰਤ ਦੇ ਵਿੱਚ ਇਕਨੋਮਿਕ ਕ੍ਰਾਈਸਿਸ ਆਏ, ਤੇ ਜਦੋਂ ਬੈਲੈਂਸ ਆਫ ਪੇਮੈਂਟ ਦਾ ਰੌਲਾ ਪੈਂਦਾ ਹੈਗਾ, ਮਤਲਬ ਦੇਸ਼ ਦੇ ਫੋਰੈਕਸ ਰਿਜ਼ਰਵ ਹੁੰਦੇ ਨੇ ਜੀ, ਜਿਹਦੇ ਵਿੱਚ ਕੀ ਹੈ, ਆਪਾਂ ਜ਼ਿਆਦਾਤਰ ਪੈਸਾ ਜਿਹੜਾ ਹੈ ਡਾਲਰ ਦੀ ਫਾਰਮ ਦੇ ਵਿੱਚ ਸੇਵ ਕਰਕੇ ਰੱਖਦੇ ਹਾਂ, ਜਿਹੜਾ ਆਪਣਾ RBI ਜਿਹੜਾ ਹੈ ਇਸ ਨੂੰ ਮੈਨੇਜ ਕਰਨ ਦਾ ਕੰਮ ਕਰਦਾ ਹੈ। ਹੁਣ 1991 ਵਿੱਚ ਜਦੋਂ ਆਪਣੇ ਬੈਲੈਂਸ ਆਫ ਪੇਮੈਂਟ ਕ੍ਰਾਈਸਿਸ ਆਏ ਤਾਂ ਉਸ ਟਾਈਮ ਤੇ ਭਾਰਤ ਜਿਹੜਾ ਹੈ ਲੋਨ ਲੈਣ ਲਈ ਇੱਦਾਂ ਨਹੀਂ ਵਰਲਡ ਬੈਂਕ ਕੋਲੇ ਗਿਆ, ਇਸ ਟਾਈਮ ਤੇ ਆਪਾਂ ਲੋਨ ਲੈਣ ਲਈ ਗਏ IMF ਕੋਲੇ, ਠੀਕ ਹੈ ਜੀ। ਤਾਂ IMF ਜਿਹੜਾ ਹੈ ਸਟੇਬਲਾਈਜ਼ ਕਰਦਾ ਇੰਟਰਨੈਸ਼ਨਲ ਮੋਨੇਟਰੀ ਸਿਸਟਮ ਨੂੰ ਐਂਡ ਮੋਨੀਟਰ ਕਰਦਾ ਵਰਲਡ ਦੀਆਂ ਕਰੰਸੀਜ਼ ਨੂੰ, ਤੇ ਵਰਲਡ ਬੈਂਕ ਜਿਹੜਾ ਹੈ ਸਪੋਰਟ ਦਿੰਦਾ ਹੈਗਾ ਡਿਵੈਲਪਿੰਗ ਕੰਟਰੀਜ਼ ਨੂੰ, ਉਹਨਾਂ ਦੇ ਡਿਵੈਲਪਮੈਂਟਲ ਪ੍ਰੋਜੈਕਟਸ ਨੂੰ। ਇਹ ਚੀਜ਼ ਹੋਈ। ਤੇ ਵਰਲਡ ਬੈਂਕ ਜਿਹੜਾ ਹੈ ਜੀ ਅਲੱਗ-ਅਲੱਗ ਤਰੀਕੇ ਨਾਲ ਅਲੱਗ-ਅਲੱਗ ਜਗ੍ਹਾ ਦੇ ਉੱਤੇ ਕੰਮ ਕਰ ਰਿਹਾ ਹੈਗਾ। ਇੱਕ ਚੀਜ਼ ਹੋਰ, ਅਗਰ ਇਹਦੇ 'ਚ ਕੁਐਸਚਨ ਇੱਦਾਂ ਆ ਜਾਏ ਕਿ ਇਹਨਾਂ ਦੋਨਾਂ ਆਰਗੇਨਾਈਜੇਸ਼ਨਸ ਦਾ ਹੈੱਡ ਕਿੱਥੇ ਹੈਗਾ ਜਾਂ ਹੈੱਡਕੁਆਟਰ ਕਿੱਥੇ ਹੈਗਾ, ਤਾਂ ਇਹਨਾਂ ਦਾ ਹੈੱਡਕੁਆਟਰ ਹੈਗਾ ਜੀ ਵਾਸ਼ਿੰਗਟਨ DC ਦੇ ਵਿੱਚ, ਠੀਕ ਹੈ ਜੀ। ਵਾਸ਼ਿੰਗਟਨ DC ਜਿਹੜਾ ਹੈ ਮਤਲਬ ਅਮਰੀਕਾ ਦੇ ਵਿੱਚ ਜਗ੍ਹਾ ਦਾ ਹੀ ਨਾਮ ਹੈ ਵਾਸ਼ਿੰਗਟਨ DC ਦਾ ਮਤਲਬ ਆ ਗਿਆ ਡਿਸਟ੍ਰਿਕਟ ਆਫ ਕੋਲੰਬੀਆ, ਠੀਕ ਹੈ ਜੀ। ਤੇ IMF ਤੇ ਵਰਲਡ ਬੈਂਕ ਦੋਨਾਂ ਦਾ ਹੈੱਡਕੁਆਟਰ ਹੈ ਜਿਹੜਾ ਇਹ ਇੱਥੇ ਹੀ ਹੈ। ਇੱਕ ਚੀਜ਼ ਹੋਰ, ਵਰਲਡ ਬੈਂਕ ਜਿਹੜਾ ਬਣ ਕੇ ਇਸਟੈਬਲਿਸ਼ ਕੀਤਾ ਹੈਗਾ, ਇਹ ਇਸਟੈਬਲਿਸ਼ ਤਾਂ ਹੋਇਆ 1944 ਦੇ ਵਿੱਚ। ਜੇ ਪੁੱਛਿਆ ਜਾਵੇ ਇਹਨੇ ਕੰਮ ਕਰਨਾ ਕਦੋਂ ਸ਼ੁਰੂ ਕੀਤਾ, ਇਹਨੇ ਕੰਮ ਕਰਨਾ ਸ਼ੁਰੂ ਕੀਤਾ ਦਸੰਬਰ 1945 ਦੇ ਵਿੱਚ, ਠੀਕ ਹੈ ਜੀ। ਤੇ ਵਰਲਡ ਬੈਂਕ ਦਾ ਅੱਜ ਦੀ ਡੇਟ ਦੇ ਵਿੱਚ ਜਿਹੜਾ ਮੇਜਰ ਆਬਜੈਕਟਿਵ ਹੈ, ਇਹਦਾ ਮੇਜਰ ਆਬਜੈਕਟਿਵ ਹੈ ਕਿ ਵਰਲਡ ਦੇ ਵਿੱਚ ਆਪਾਂ ਨੇ ਕੀ ਕਰਨਾ ਹੈ, ਗਰੀਬੀ ਨੂੰ ਖਤਮ ਕਰਨਾ ਹੈ, ਵਰਲਡ ਫ੍ਰੀ ਆਫ ਪਾਵਰਟੀ, ਠੀਕ ਹੈ ਜੀ। ਤੁਸੀਂ ਸਸਟੇਨੇਬਲ ਡਿਵੈਲਪਮੈਂਟ ਗੋਲਸ ਦੇ ਬਾਰੇ ਵੀ ਸੁਣਿਆ ਹੋਣਾ, ਜਿਹਦੇ ਵਿੱਚ ਕੀ ਹੈ 17 ਗੋਲਸ ਆਉਂਦੇ ਨੇ, ਜਿਨ੍ਹਾਂ ਨੂੰ ਆਪਾਂ 2030 ਤੱਕ ਫੁੱਲਫਿਲ ਕਰਨ ਦੀ ਕੋਸ਼ਿਸ਼ ਕਰ ਰਹੇ ਹੈਗੇ ਆ। ਉਹਨਾਂ ਦੇ ਵਿੱਚ ਵੀ ਇੱਕ ਆਬਜੈਕਟਿਵ ਹੈਗਾ ਵੀ ਆਪਾਂ ਨੇ ਜਿਹੜਾ ਹੈ ਨੋ ਪਾਵਰਟੀ ਜਾਂ ਗਰੀਬੀ ਨੂੰ ਖਤਮ ਕਰਨਾ ਹੈਗਾ। ਤਾਂ ਇਸੇ ਚੀਜ਼ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਵਰਲਡ ਬੈਂਕ ਨੇ ਇੱਕ ਏਜੰਡਾ ਚਲਾਇਆ ਹੈਗਾ ਕਿ 2030 ਤੱਕ ਆਪਾਂ ਨੇ ਵਰਲਡ ਲੈਵਲ ਤੇ ਲੋਕਾਂ ਦੀ ਗਿਣਤੀ 3% ਤੋਂ ਘੱਟ ਕਰਨੀ ਹੈ, ਜਿਨ੍ਹਾਂ ਦੀ ਆਮਦਨ ਜਿਹੜੀ ਹੈ ਇੱਕ ਦਿਨ ਦੀ $1.90 ਤੋਂ ਘੱਟ ਚੱਲ ਰਹੀ ਹੋਵੇ। ਮਤਲਬ ਕੀ ਹੋਇਆ, ਜਿਹੜੇ ਲੋਕਾਂ ਦੀ ਆਮਦਨੀ $2 ਜਾਂ $1.90 ਤੋਂ ਵੀ ਘੱਟ ਹੈਗੀ ਹੈ, ਅਜਿਹੇ ਲੋਕਾਂ ਦੀ ਗਿਣਤੀ ਆਪਾਂ ਨੇ ਵਰਲਡ ਲੈਵਲ ਤੇ 3% ਤੋਂ ਵੀ ਘੱਟ ਕਰਨੀ ਹੈਗੀ ਹੈ। ਤੇ ਕਦੋਂ ਤੱਕ ਕਰਨੀ ਹੈ, 2030 ਤੱਕ, ਠੀਕ ਹੈ ਜੀ। ਹੁਣ IBRD ਜਿਹੜਾ ਹੈਗਾ, IBRD ਆਪਾਂ ਨੇ ਪਹਿਲਾਂ ਗੱਲ ਕੀਤੀ ਹੈ ਜੀ, IBRD ਦੇ ਤੌਰ ਤੇ ਹੀ ਜਿਹੜਾ ਹੈ ਆਪਣਾ ਵਰਲਡ ਬੈਂਕ ਬਣਿਆ ਹੈਗਾ। ਤੇ ਵਰਲਡ ਬੈਂਕ ਜਿਹੜਾ ਹੈ IBRD ਇਹ ਵਰਕ ਕਰਦਾ ਗਲੋਬਲ ਡਿਵੈਲਪਮੈਂਟਲ ਕਾਰਪੋਰੇਟਿਵ ਦੇ ਤੌਰ ਤੇ। ਹੁਣ ਅੱਜ ਦੀ ਡੇਟ 'ਚ ਕੀ ਹੈ ਜੀ, ਇਹਨੂੰ ਬਣਾਉਣ ਵਾਲੀਆਂ ਆਰਗੇਨਾਈਜੇਸ਼ਨਸ ਦੇ ਵਿੱਚ ਜਿਹੜਾ ਹੈ ਇੱਕ ਚੀਜ਼ ਯਾਦ ਰੱਖਿਓ, ਇੰਡੀਆ ਜਿਹੜਾ ਹੈ ਇਸ ਦਾ ਫਾਊਂਡਿੰਗ ਮੈਂਬਰ ਹੈ ਜੀ। IBRD ਦਾ ਮੈਂਬਰ ਜਿਹੜਾ ਹੈ ਇਹ ਇੰਡੀਆ ਵੀ ਹੈਗਾ। ਤੇ ਇਸ ਦੀ ਅੱਜ ਦੀ ਡੇਟ ਦੇ ਵਿੱਚ ਕਿੰਨੀਆਂ ਮੈਂਬਰ ਕੰਟਰੀਜ਼ ਨੇ, 189 ਮੈਂਬਰ ਕੰਟਰੀਜ਼ ਨੇ,
ਤੇ ਕੋਆਪਰੇਟਿਵ ਦਾ ਮਤਲਬ ਤੁਹਾਨੂੰ ਦੱਸਿਆ ਜੀ, ਕੋਆਪਰੇਟਿਵ ਦਾ ਮਤਲਬ ਕੀ ਹੋ ਗਿਆ ਕਿ ਜਿਹੜੀਆਂ ਇਹ 199 ਕੰਟਰੀਜ਼ ਨੇ ਇਹੀ ਕੀ ਕਰਦੀਆਂ ਨੇਗੀਆਂ, ਇਹਦੇ ਵਿੱਚ ਮਤਲਬ ਇਹਨਾਂ ਦਾ ਹੀ ਅਲੱਗ-ਅਲੱਗ ਕੰਟਰੀਬਿਊਸ਼ਨ ਹੈ, ਅਲੱਗ-ਅਲੱਗ ਸ਼ੇਅਰ ਹੈਗਾ। ਜਿਹੜੀ ਕੰਟਰੀ ਦਾ ਜ਼ਿਆਦਾ ਸ਼ੇਅਰ ਹੋਊਗਾ ਉਹੀ ਕੰਟਰੀ ਕੀ ਹੈ ਇਹਦੇ ਵਿੱਚ ਮੇਜਰ ਰੋਲ ਜਾਂ ਮੇਜਰ ਜਿਹੜਾ ਹੈ ਆਪਣਾ ਮੈਂਬਰਸ਼ਿਪ ਰੱਖ ਰਹੀ ਹੋਊਗੀ, ਇਹਦੇ ਵਿੱਚ ਓਨਾ ਹੀ ਉਸ ਦੇਸ਼ ਦਾ ਕੀ ਹੈ ਸ਼ੇਅਰ ਜਾਂ ਕੰਟਰੀਬਿਊਸ਼ਨ ਹੋਊਗਾ। ਤੇ ਜਿਹੜਾ ਦੁਨੀਆ ਦਾ ਵਰਲਡ ਲਾਰਜੈਸਟ ਡਿਵੈਲਪਮੈਂਟਲ ਬੈਂਕ ਹੈ ਜੀ, ਉਹ ਵੀ ਜਿਹੜਾ ਹੈ ਆਪਣਾ IBRD ਹੈਗਾ। ਹੁਣ ਇਹਦਾ ਮੇਜਰ ਆਬਜੈਕਟਿਵ ਕੀ ਹੈ ਜੀ, ਇਹ ਸਰਕਾਰਾਂ ਨੂੰ ਕੀ ਕਰਦਾ, ਲੋਨ ਦਿੰਦਾ, ਗਰੰਟੀਆਂ ਦਿੰਦਾ, ਐਡਵਾਈਜ਼ਰੀ ਸਰਵਿਸ ਦਿੰਦਾ ਤੇ ਰਿਸਕ ਮੈਨੇਜਮੈਂਟ ਪ੍ਰੋਡਕਟ ਟੂ ਦਾ ਮਿਡਲ ਇਨਕਮ ਐਂਡ ਕ੍ਰੈਡਿਟ ਵਰਥੀ ਲੋ ਇਨਕਮ ਕੰਟਰੀਜ਼। ਬੇਸਿਕਲੀ ਕੀ ਹੈ ਜੀ, ਲੋ ਐਂਡ ਮਿਡਲ ਇਨਕਮ ਕੰਟਰੀਜ਼ ਨੂੰ ਲੋਨ ਦੇਣ ਦਾ ਵੀ ਕੰਮ ਕਰਦਾ। ਇਸ ਤੋਂ ਇਲਾਵਾ ਗਰੰਟੀਜ਼ ਵਗੈਰਾ, ਐਡਵਾਈਜ਼ਰੀ ਮਤਲਬ ਐਡਵਾਈਸ ਦੇਣ ਦਾ ਵੀ ਕੰਮ ਕਰਦਾ ਹੈਗਾ। ਕਿਸੇ ਵੀ ਤਰੀਕੇ ਨਾਲ ਜਿਹੜਾ ਹੈ ਅਗਰ ਕਿਸੇ ਤਰੀਕੇ ਦਾ ਮਾਰਕੀਟ ਦੇ ਵਿੱਚ ਰਿਸਕ ਅਰਾਈਜ਼ ਹੋ ਰਿਹਾ ਹੈ, ਠੀਕ ਹੈ, ਉਹਦੇ ਰਿਗਾਰਡਿੰਗ ਵੀ ਇਹ ਸਲਾਹ ਮਸ਼ਵਰਾ ਦੇਣ ਦੀ ਗੱਲ ਕਰਦਾ ਹੈਗਾ। ਤੇ ਇਸ ਦੇ ਨਾਲ ਹੀ ਕੀ ਆ ਜਾਂਦਾ ਜੀ, ਜਿਹੜਾ ਮਿਡਲ ਇਨਕਮ ਕੰਟਰੀਜ਼ ਨੇ, ਮਿਡਲ ਇਨਕਮ ਕੰਟਰੀਜ਼ ਇਹਦੇ ਪੋਰਟਫੋਲੀਓ ਦਾ 60% ਹੈ ਜਿਹੜਾ ਉਹ ਰਿਪਰੈਜ਼ੈਂਟ ਕਰਦੀਆਂ ਨੇਗੀਆਂ। ਤੇ IBRD ਹੈ ਜੀ, ਜਿਹੜਾ IBRD ਜਿਹੜੇ ਗਵਰਨਮੈਂਟ ਬੌਂਡਸ ਹੁੰਦੇ ਨੇ, ਸੋਵਰਨ ਬੌਂਡਸ ਹੋ ਗਏ, ਮਸਾਲਾ ਬੌਂਡਸ ਹੋ ਗਏ, ਤੁਸੀਂ ਕਈ ਸਾਰੇ ਬੌਂਡਸ ਦੇ ਬਾਰੇ ਸੁਣਿਆ ਹੋਊਗਾ। ਤੇ ਇਹਦੇ ਜਿਹੜੇ ਗਵਰਨਮੈਂਟ ਬੌਂਡਸ ਹੁੰਦੇ ਨੇ ਇਹ ਉਹਨਾਂ ਦੇ ਵਿੱਚ ਹੀ ਡੀਲ ਕਰਦਾ ਤੇ ਪ੍ਰਾਈਵੇਟ ਪਲੇਅਰਸ ਦੇ ਨਾਲ ਹੀ ਡੀਲ ਨਹੀਂ ਕਰਦਾ ਹੈਗਾ। ਹੁਣ IBRD ਦਾ ਮੇਜਰ ਆਬਜੈਕਟਿਵ ਕੀ ਹੋਇਆ ਕਿ ਇਹਨਾਂ ਨੇ ਲੋ ਐਂਡ ਮਿਡਲ ਇਨਕਮ ਕੰਟਰੀਜ਼ ਨੂੰ ਫਾਇਦਾ ਦੇਣਾ ਹੈਗਾ, ਠੀਕ ਹੈ ਜੀ। ਤਾਂ ਜਿਹੜੇ ਆਪਾਂ ਨੇ ਇੰਟਰਨੈਸ਼ਨਲ ਡਿਵੈਲਪਮੈਂਟਲ ਐਸੋਸੀਏਸ਼ਨ ਹੋ ਗਿਆ ਜਾਂ ਇੰਟਰਨੈਸ਼ਨਲ ਫਾਈਨੈਂਸ ਕਾਰਪੋਰੇਸ਼ਨ ਦੀ ਗੱਲ ਕੀਤੀ ਹੈ, ਤਾਂ ਇਹ ਵਾਲੀਆਂ ਆਰਗੇਨਾਈਜੇਸ਼ਨਸ ਦਾ ਪਹਿਲਾ ਮੈਂਬਰ ਬਣਨਾ ਜ਼ਰੂਰੀ ਹੈ, ਕਿਉਂਕਿ ਜਿਹੜੀਆਂ ਡਿਵੈਲਪਿੰਗ ਇਕਨੋਮੀਜ਼ ਨੇਗੀਆਂ ਉਹਨਾਂ ਨੂੰ ਤਾਂ ਇਹ ਲੋਨ ਦਊਗਾ, ਬਟ ਜਿਹੜੇ ਡਿਵੈਲਪਡ ਹੋ ਚੁੱਕੀਆਂ ਇਕਨੋਮੀਜ਼ ਨੇਗੀਆਂ ਉਹ ਕਹਿਣਗੀਆਂ ਵੀ ਸਾਡਾ ਪੈਸਾ ਇਹਨਾਂ ਨੂੰ ਕਿਉਂ ਦਿੱਤਾ ਜਾ ਰਿਹਾ। ਤਾਂ ਕਰਕੇ ਪਹਿਲਾਂ ਇਹਨਾਂ ਦਾ ਮੈਂਬਰ ਬਣਾਵਾਂਗੇ, ਬਾਅਦ ਦੇ ਵਿੱਚ ਜਾ ਕੇ ਜਿਹੜਾ ਹੈ IBRD ਦੇ ਮਤਲਬ ਪਹਿਲਾਂ IBRD ਦਾ ਮੈਂਬਰ ਬਣੂਗੀ ਕੋਈ ਦੇਸ਼, ਬਾਅਦ ਦੇ ਵਿੱਚ ਜਾ ਕੇ ਬਾਕੀ ਸਾਰੀਆਂ ਆਰਗੇਨਾਈਜੇਸ਼ਨਸ ਦਾ ਮੈਂਬਰ ਬਣਿਆ ਜਾਊਗਾ। ਨੈਕਸਟ ਆਪਣੇ ਕੋਲ ਹੈ ਜੀ, ਹੁਣ IBRD ਨੇ ਜਦੋਂ ਦੇਖਿਆ ਕਿ ਮੇਜਰ ਆਬਜੈਕਟਿਵ ਕੀ ਸੀਗਾ, ਵਰਲਡ ਵਾਰ 2 ਤੋਂ ਬਾਅਦ ਜਿਹੜਾ ਹੈ ਆਪਾਂ ਨੇ ਗਰੀਬ ਦੇਸ਼ਾਂ ਦਾ ਜਾਂ ਜਿਹੜੇ ਰੀਕਨਸਟਰਕਸ਼ਨ ਪਰਪਸ ਲਈ ਆਪਾਂ ਨੇ ਬਣਾਉਣੀਆਂ ਸੀ ਆਰਗੇਨਾਈਜੇਸ਼ਨਸ, ਠੀਕ ਹੈ ਜੀ, ਉਹਨਾਂ ਨੂੰ ਮਤਲਬ ਆਪਾਂ ਨੇ ਫੁੱਲਫਿਲ ਕੀਤਾ ਹੈਗਾ ਆਬਜੈਕਟਿਵ ਨੂੰ, ਜਿਹੜਾ ਦੇਸ਼ਾਂ ਦਾ ਨੁਕਸਾਨ ਹੋ ਚੁੱਕਿਆ ਸੀਗਾ ਉਹਨਾਂ ਦੇ ਨੁਕਸਾਨ ਨੂੰ ਫੁੱਲਫਿਲ ਕੀਤਾ ਹੈਗਾ। ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਮਤਲਬ IBRD ਨੇ ਡਿਵੈਲਪਡ ਹੋ ਚੁੱਕੀਆਂ ਇਕਨੋਮੀਜ਼ ਤੋਂ ਹਟ ਕੇ ਜਿਹੜਾ ਹੈ IBRD ਦੇ ਡਿਵੈਲਪਿੰਗ ਇਕਨੋਮੀਜ਼ ਨੂੰ ਮਤਲਬ ਲੋਨ ਦੇਣਾ ਸ਼ੁਰੂ ਕੀਤਾ ਹੈਗਾ। ਤੇ ਇਹਦਾ ਯਾਦ ਵੀ ਰੱਖ ਲਓ ਜੀ, ਇਹਨੂੰ ਬਣਾਇਆ ਕਦੋਂ ਗਿਆ ਸੀ, ਇਹਨੂੰ ਬਣਾਇਆ ਗਿਆ ਹੈਗਾ 1944 ਦੇ ਵਿੱਚ, ਠੀਕ ਹੈ ਜੀ। ਨੈਕਸਟ ਆਪਣੇ ਕੋਲ ਆਇਆ ਜੀ ਇੰਟਰਨੈਸ਼ਨਲ ਡਿਵੈਲਪਮੈਂਟਲ ਐਸੋਸੀਏਸ਼ਨ। ਇੰਟਰਨੈਸ਼ਨਲ ਡਿਵੈਲਪਮੈਂਟਲ ਐਸੋਸੀਏਸ਼ਨ ਨਾਮ ਤੋਂ ਹੀ ਪਤਾ ਚੱਲ ਰਿਹਾ ਜੀ, ਡਿਵੈਲਪਮੈਂਟਲ ਐਸੋਸੀਏਸ਼ਨ ਮਤਲਬ ਜਿਹੜੀ ਕਿ ਵਿਕਾਸ ਦੇ ਨਾਮ ਤੇ ਸੰਸਥਾ ਜਿਹੜੀ ਬਣਾਈ ਜਾ ਰਹੀ ਹੈਗੀ ਹੈ। ਹੁਣ ਇਹਦਾ ਮੇਨ ਆਬਜੈਕਟਿਵ ਕੀ ਆ ਗਿਆ, ਇਹਦਾ ਮੇਨ ਆਬਜੈਕਟਿਵ ਆਇਆ ਜੀ ਕਿ ਇਹਨੇ ਜਿਹੜਾ ਹੈ ਦੁਨੀਆ ਦੇ ਵਿੱਚ ਜਿਹੜੀਆਂ 76 ਪੂਰੈਸਟ ਕੰਟਰੀਜ਼ ਨੇਗੀਆਂ, ਦੁਨੀਆ ਦੇ ਵਿੱਚ ਜਿਹੜੇ ਸਭ ਤੋਂ ਮਤਲਬ 76 ਗਰੀਬ ਲੋਕ ਦੇਸ਼ ਨੇਗੇ, ਉਹਨਾਂ ਨੂੰ ਕੀ ਹੈ ਲੋਨ ਦੇਣ ਦਾ ਕੰਮ ਕਰਨਾ ਹੈ। ਹੁਣ ਜਿਹੜੇ ਗਰੀਬ ਦੇ ਸਪੋਜ਼ ਕਰਕੇ ਦੇਖੋ ਜੀ, ਜੇ ਤੁਸੀਂ ਕਿਸੇ ਗਰੀਬ ਬੰਦੇ ਨੂੰ ਲੋਨ ਦੇ ਰਹੇ ਹੈਗੇ ਹੋ, ਕਰਜ਼ਾ ਦੇ ਰਹੇ ਹੈਗੇ ਹੋ, ਤਾਂ ਤੁਸੀਂ ਉਹਦੇ ਤੋਂ ਜ਼ਿਆਦਾ ਇੰਟਰਸਟ ਰੇਟ ਚਾਰਜ ਕਰੋਗੇ ਜਾਂ ਘੱਟ ਇੰਟਰਸਟ ਰੇਟ ਚਾਰਜ ਕਰੋਗੇ। ਜੇ ਗਰੀਬ ਬੰਦੇ ਨੂੰ ਤੁਸੀਂ ਪੈਸਾ ਦੇ ਰਹੇ ਹੋ ਤਾਂ ਤੁਹਾਨੂੰ ਵੀ ਪਤਾ ਵੀ ਇਹਦੇ ਕੋਲੇ ਪੈਸਾ ਕਿੱਥੋਂ ਮਿਲੂਗਾ, ਹੈ ਨਾ, ਤਾਂ ਕਿਤੇ ਨਾ ਕਿਤੇ ਤੁਸੀਂ ਵੀ ਉਹਦੇ ਤੋਂ ਇੰਟਰਸਟ ਰੇਟ ਘੱਟ ਚਾਰਜ ਕਰੋਗੇ। ਉਸੇ ਤਰੀਕੇ ਨਾਲ IDA ਕੀ ਕਰਦਾ ਜੀ, ਜਿਹੜੇ ਆਪਣੇ ਗਰੀਬ ਦੇਸ਼ ਨੇਗੇ, ਗਰੀਬ ਦੇਸ਼ਾਂ ਨੂੰ ਬੇਸਿਕਲੀ ਇਹ ਕਾਫੀ ਘੱਟ ਰੇਟ ਆਫ ਇੰਟਰਸਟ ਜਾਂ ਲਗਾਉਂਦਾ ਹੀ ਨਹੀਂ, ਜੇ ਲਗਾਊਗਾ ਵੀ ਤਾਂ ਬਹੁਤ ਘੱਟ ਰੇਟ ਆਫ ਇੰਟਰਸਟ ਲਗਾਉਂਦਾ, ਵੀ 50 60 ਸਾਲ ਦੇ ਲੋਨ ਦੇ ਦਿੰਦਾ, ਵੀ ਇੱਕ ਵਾਰ ਦੇ ਕੇ ਮਤਲਬ ਐਂ ਲਗਾਓ ਵੀ ਲੋਨ ਭੁੱਲਣ ਵਾਲੀ ਗੱਲ ਹੈਗੀ ਹੈ, ਵੀ 50 60 ਸਾਲਾਂ ਬਾਅਦ ਜਿਹੜਾ ਹੈਗਾ ਮਤਲਬ ਥੋੜਾ ਬਹੁਤ ਇੰਟਰਸਟ ਰੇਟ ਲਗਾਊਗਾ, ਨਹੀਂ ਤਾਂ ਲਗਾਉਂਦਾ ਹੀ ਨਹੀਂ ਹੈਗਾ, ਠੀਕ ਹੈ ਜੀ। ਜਿਸ ਕਰਕੇ ਜਿਹੜਾ ਹੈ IDA ਨੂੰ ਸੌਫਟ ਲੋਨ ਵਿੰਡੋ ਆਫ ਵਰਲਡ ਬੈਂਕ ਵੀ ਕਹਿ ਦਿੰਦੇ ਨੇਗੇ। ਸੌਫਟ ਲੋਨ ਵਿੰਡੋ ਆਫ ਦੀ ਵਰਲਡ ਬੈਂਕ। ਤੇ IDA ਨੂੰ ਆਪਾਂ ਨੇ ਬਣਾਇਆ ਹੈਗਾ, ਇਹ ਬਣਾਇਆ ਗਿਆ ਜੀ 1960 ਦੇ ਵਿੱਚ, ਤੇ ਇੰਡੀਆ ਇਹਦਾ ਵੀ ਫਾਊਂਡਿੰਗ ਫਾਦਰ ਰਿਹਾ ਹੈਗਾ ਜਾਂ ਫਾਊਂਡਿੰਗ ਮੈਂਬਰ ਰਿਹਾ ਹੈਗਾ, ਫਾਦਰ ਨਹੀਂ ਸੌਰੀ ਮੈਂਬਰ ਹੀ ਰਿਹਾ ਹੈਗਾ। ਤੇ ਇੱਕ ਚੀਜ਼ ਯਾਦ ਰੱਖਿਓ ਜੀ, IBRD ਜਿਹੜਾ ਇੰਟਰਨੈਸ਼ਨਲ ਬੈਂਕ ਫॉर ਰੀਕਨਸਟਰਕਸ਼ਨ ਐਂਡ ਡਿਵੈਲਪਮੈਂਟ ਹੈ, ਤੇ IDA ਇੰਟਰਨੈਸ਼ਨਲ ਡਿਵੈਲਪਮੈਂਟਲ ਐਸੋਸੀਏਸ਼ਨ ਹੈ, ਇਹਨਾਂ ਦੋਨਾਂ ਨੂੰ ਇਕੱਠਿਆਂ ਨੂੰ ਮਿਲਾ ਕੇ ਹੀ ਆਪਾਂ ਕਹਿੰਦੇ ਆ ਵਰਲਡ ਬੈਂਕ, ਠੀਕ ਹੈ ਜੀ। ਤੇ ਵਰਲਡ ਬੈਂਕ ਦਾ ਇਹ ਵੀ ਆ ਸਕਦਾ ਵੀ ਕਿਹੜੇ ਆਰਗੇਨਾਈਜੇਸ਼ਨਸ ਨੂੰ ਮਿਲਾ ਕੇ ਕਹਿੰਦੇ ਆ IDA ਤੇ IBRD। ਨੈਕਸਟ ਆਪਣੇ ਕੋਲੇ ਆਇਆ ਜੀ ਇੰਟਰਨੈਸ਼ਨਲ ਫਾਈਨੈਂਸ ਕਾਰਪੋਰੇਸ਼ਨ। ਇੰਟਰਨੈਸ਼ਨਲ ਫਾਈਨੈਂਸ ਕਾਰਪੋਰੇਸ਼ਨ ਕੀ ਹੋ ਗਿਆ ਜੀ, ਇਹ ਜਿਹੜਾ ਹੈ ਇਹ ਸਿਸਟਰ ਆਰਗੇਨਾਈਜੇਸ਼ਨ ਵੀ ਕਹਿ ਸਕਦੇ ਹੈਗੇ ਆ ਵਰਲਡ ਬੈਂਕ ਦੀ। ਹੁਣ ਇਹਦੇ ਵਿੱਚ ਕੀ ਆ ਗਿਆ, ਜਿਹੜੇ ਸਰਕਾਰਾਂ ਨੂੰ ਲੋਨ ਦੇਣ ਦਾ ਕੰਮ ਕਰਦੀ ਹੈ, ਸਰਕਾਰਾਂ ਨੂੰ ਜਾਂ ਤਾਂ IBRD ਲੋਨ ਦਊਗੀ, ਠੀਕ ਹੈ ਜੀ। ਇਸ ਤੋਂ ਇਲਾਵਾ ਕੀ ਹੈ, ਅਗਰ ਕਿਸੇ ਕੰਟਰੀ ਨੇ IDA ਨੇ ਸਪੋਜ਼ ਕਰੋ IDA ਨੇ ਲੋਨ ਦੇਣਾ, ਤਾਂ ਇਹ ਗਰੀਬ ਦੇਸ਼ਾਂ ਨੂੰ ਲੋਨ ਦਊਗੀ, ਜਿਹੜੇ ਗਰੀਬ ਦੇਸ਼ਾਂ ਮਤਲਬ ਲੋ ਇਨਕਮ ਕੰਟਰੀਜ਼ ਵਾਲੇ ਦੇਸ਼ ਹੋ ਗਏ। ਹੁਣ ਇੰਟਰਨੈਸ਼ਨਲ ਫਾਈਨੈਂਸ ਕਾਰਪੋਰੇਸ਼ਨ ਕੀ ਕਰਦੀ ਹੈ ਜੀ, ਅਗਰ ਕਿਸੇ ਦੇਸ਼ ਦੀ
ਪ੍ਰਾਈਵੇਟ ਸੰਸਥਾ ਜਾਂ ਪ੍ਰਾਈਵੇਟ ਆਰਗੇਨਾਈਜੇਸ਼ਨ ਨੂੰ ਆਪਾਂ ਨੇ ਲੋਨ ਦੇਣਾ ਹੋਵੇ ਜਾਂ ਲੋਨ ਲੈਣਾ ਹੋਵੇ ਤਾਂ ਉਹ ਕਿੱਥੋਂ ਲੋਨ ਲੈਣਗੇ? ਇੰਟਰਨੈਸ਼ਨਲ ਫਾਈਨੈਂਸ ਕਾਰਪੋਰੇਸ਼ਨ ਤੋਂ। ਇਹਨੂੰ ਜਿਹੜਾ ਹੈ ਪ੍ਰਾਈਵੇਟ ਸੈਕਟਰ ਆਰਮ ਆਫ ਵਰਲਡ ਬੈਂਕ ਵੀ ਕਹਿ ਸਕਦੇ ਹੋ ਜੀ, ਕਿਉਂਕਿ ਇਹਦੇ ਤੋਂ ਜਿਹੜਾ ਹੈ ਪ੍ਰਾਈਵੇਟ ਸੈਕਟਰ ਨੂੰ ਆਪਾਂ ਕੀ ਕਰਦੇ ਹਾਂ? ਮੋਟੀਵੇਟ ਕਰਦੇ ਹਾਂ, ਕਿਉਂਕਿ ਪ੍ਰਾਈਵੇਟ ਸੈਕਟਰ ਜਿਹੜਾ ਡਿਵੈਲਪਿੰਗ ਇਕਨੋਮੀਜ਼ ਦੇ ਵਿੱਚ ਵਰਕ ਕਰੂਗਾ ਤਾਂ ਆਪਾਂ ਪ੍ਰਾਈਵੇਟ ਸੈਕਟਰ ਨੂੰ ਲੋਨ ਦੇ ਕੇ ਕੀ ਕਹਾਂਗੇ ਵੀ ਤੁਸੀਂ ਜਿਹੜਾ ਹੈ ਮਾਰਕੀਟ ਦੇ ਵਿੱਚ ਨਵੇਂ ਪ੍ਰੋਡਕਟ ਯੂਜ਼ ਕਰੋ, ਜਿਹਦੇ ਨਾਲ ਕੀ ਹੈ ਦੇਸ਼ ਦੇ ਵਿੱਚ ਮਤਲਬ ਇੰਪਲੋਇਮੈਂਟ ਜਨਰੇਟ ਹੋਊਗੀ। ਇੰਪਲੋਇਮੈਂਟ ਜਨਰੇਟ ਹੋਣ ਦੇ ਨਾਲ ਕੀ ਹੈ ਜੀ ਉੱਥੇ ਦੇ ਲੋਕਾਂ ਨੂੰ ਜਿਹੜਾ ਹੈ ਕਈ ਤਰ੍ਹਾਂ ਦੇ ਪ੍ਰੋਡਕਟਾਂ ਦੀ ਚੋਇਸ ਦੇਖਣ ਨੂੰ ਮਿਲੂਗੀ। ਆਪਣੇ ਪ੍ਰੋਡਕਟ ਨੇ ਜਿਹੜੇ ਆਪਾਂ ਬਾਹਰ ਐਕਸਪੋਰਟ ਵੀ ਕਰ ਸਕਦੇ ਹਾਂ, ਤੇ ਇਸ ਤੋਂ ਇਲਾਵਾ ਕੀ ਹੈ ਨਵੇਂ ਪ੍ਰੋਡਕਟਸ ਦੇ ਲਈ ਮਾਰਕੀਟ ਦੀ ਕ੍ਰੀਏਸ਼ਨ ਵੀ ਹੋਊਗੀ। ਤਾਂ ਮਤਲਬ ਕਈ ਸਾਰੇ ਪਹਿਲੂ ਨੇ ਜਿਹੜੇ ਮਤਲਬ ਇੱਕ ਚੀਜ਼ ਦੇ ਨਾਲ ਜੁੜੇ ਹੁੰਦੇ ਨੇਗੇ। ਤਾਂ ਮਾਰਕੀਟ ਦੇ ਵਿੱਚ ਕੀ ਆ ਗਿਆ ਬੇਸਿਕਲੀ ਵੀ ਇਹਦੇ ਵਿੱਚ ਜਿਹੜਾ ਹੈ ਪ੍ਰਾਈਵੇਟ ਸੈਕਟਰ ਨੂੰ ਹੀ ਆਪਾਂ ਮੇਨ ਜਿਹੜਾ ਹੈ ਤਵੱਜੋ ਦਿੰਨੇ ਆ ਜੇ, ਤੇ ਇਹਦੇ ਵਿੱਚ ਬੇਸਿਕਲੀ ਆ ਜਾਂਦਾ ਇਨਵੈਸਟ ਕਰਦੀ ਹੈ ਸਰਕਾਰ ਜਾਂ ਤਾਂ ਫॉर ਪ੍ਰੋਫਿਟ ਐਂਡ ਕਮਰਸ਼ੀਅਲ ਪ੍ਰੋਜੈਕਟ ਫॉर ਪੋਵਰਟੀ ਰਿਡਕਸ਼ਨ ਐਂਡ ਔਗਮੈਂਟਿੰਗ ਡਿਵੈਲਪਮੈਂਟ। ਮਤਲਬ ਇਹੋ ਜਿਹੇ ਤਰੀਕਿਆਂ ਨਾਲ ਜਿਹਦੇ ਨਾਲ ਕੀ ਹੈ ਦੇਸ਼ ਦੇ ਵਿੱਚ ਆਪਾਂ ਗਰੀਬੀ ਨੂੰ ਘਟਾ ਸਕੀਏ, ਤੇ ਇਸ ਤੋਂ ਇਲਾਵਾ ਜਿਹੜਾ ਹੈ ਆਪਾਂ ਦੇਸ਼ ਦੇ ਵਿੱਚ ਦੇਸ਼ ਨੂੰ ਤਰੱਕੀ ਦੀ ਰਾਹ ਤੇ ਲੈ ਕੇ ਜਾ ਸਕੀਏ, ਡਿਵੈਲਪਮੈਂਟਲ ਪ੍ਰੋਜੈਕਟਸ ਲਗਾ ਸਕੀਏ। ਉਹਨਾਂ ਪ੍ਰੋਜੈਕਟਸ ਦੇ ਵਿੱਚ ਜਿਹੜਾ ਹੈ ਆਪਣੇ ਪ੍ਰਾਈਵੇਟ ਸੈਕਟਰ ਨੂੰ ਮੋਟੀਵੇਟ ਕਰਨ ਦਾ ਕੰਮ ਕਰਦੀ ਹੈਗੀ ਹੈ ਆਪਣੀ IFC। ਤੇ ਇਟ ਆਲਸੋ ਇੰਗੇਜਿਸ ਇਨ ਮੋਬਿਲਾਈਜ਼ਿੰਗ ਥਰਡ ਪਾਰਟੀ ਰਿਸੋਰਸਿਸ ਫॉर ਪ੍ਰੋਜੈਕਟਸ। ਇਹਦਾ ਕੀ ਮਤਲਬ ਹੋਇਆ ਜੀ? ਹੁਣ ਜਿਹੜਾ ਹੈ ਆਪਾਂ ਨੇ ਅਗਰ ਕਿਸੇ ਦੇਸ਼ ਨੇ ਕੋਈ ਨਵੀਂ ਟੈਕਨੋਲੋਜੀ ਬਣਾਈ ਹੈਗੀ ਹੈ, ਨਵੀਂ ਤਕਨੀਕ ਦੇ ਉੱਤੇ ਕੰਮ ਕੀਤਾ ਹੈਗਾ, ਤਾਂ ਪ੍ਰਾਈਵੇਟ ਸੈਕਟਰ ਦੇ ਨਾਲ ਕੋਲੈਬੋਰੇਟ ਕਰਕੇ ਜਿਹੜਾ ਹੈ ਉਹਦੇ ਤੇ ਵੀ ਵਰਕ ਕੀਤਾ ਜਾ ਸਕਦਾ ਹੈ, ਉਹਨੂੰ ਅੱਛੇ ਤਰੀਕੇ ਨਾਲ ਇੰਪਲੀਮੈਂਟੇਸ਼ਨ ਦੇ ਰਿਗਾਰਡਿੰਗ ਵੀ ਕੰਮ ਕੀਤਾ ਜਾ ਸਕਦਾ ਹੈ। ਤੇ ਇਹਦੇ ਨਾਲ ਜਿਹੜਾ ਹੈ ਪ੍ਰਾਈਵੇਟ ਸੈਕਟਰ ਦੇ ਮਤਲਬ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਅਲੱਗ-ਅਲੱਗ ਤਰੀਕੇ ਨਾਲ ਉਹਨਾਂ ਨੂੰ ਗਰੋਥ ਦੀ ਰਾਹ ਤੇ ਲੈ ਕੇ ਆਉਣ ਦੇ ਲਈ ਜਿਹੜਾ ਹੈ ਪ੍ਰਾਈਵੇਟ ਸੈਕਟਰ ਦੇ ਨਾਲ ਮਿਲ ਕੇ ਆਪਣੀ IFC ਮਿਲ ਕੇ ਕੰਮ ਕਰਦੀ ਹੈਗੀ ਹੈ। ਨੈਕਸਟ ਆਰਗੇਨਾਈਜੇਸ਼ਨ ਆਈ ਜੀ ਆਪਣੀ ਮਲਟੀਲੇਟਰਲ ਇਨਵੈਸਟਮੈਂਟ ਗਰੰਟੀ ਏਜੰਸੀ, ਜਿਹਨੂੰ ਆਪਾਂ ਸ਼ਾਰਟ ਫਾਰਮ ਦੇ ਵਿੱਚ ਮਿਗਾ ਵੀ ਕਹਿ ਦਿੰਦੇ ਹਾਂ। ਇੱਕ ਚੀਜ਼ ਪਹਿਲਾਂ ਇਹ ਵੀ ਯਾਦ ਰੱਖਿਓ ਜੀ, ਜਿਹੜੇ ਹੁਣ ਤੱਕ ਆਪਾਂ ਨੇ IBRD ਹੋ ਗਿਆ, IFC ਹੋ ਗਿਆ ਤੇ IDA ਹੋ ਗਿਆ, ਇੰਟਰਨੈਸ਼ਨਲ ਬੈਂਕ ਫॉर ਰੀਕਨਸਟਰਕਸ਼ਨ ਐਂਡ ਡਿਵੈਲਪਮੈਂਟ, ਇੰਟਰਨੈਸ਼ਨਲ ਫਾਈਨੈਂਸ ਕਾਰਪੋਰੇਸ਼ਨ, ਇੰਟਰਨੈਸ਼ਨਲ ਡਿਵੈਲਪਮੈਂਟਲ ਐਸੋਸੀਏਸ਼ਨ। ਇੰਡੀਆ ਜਿਹੜਾ ਹੈ ਇਹ ਤਿੰਨਾਂ ਦਾ ਫਾਊਂਡਿੰਗ ਮੈਂਬਰ ਹੈ ਜੀ, ਮਤਲਬ ਇਹਨਾਂ ਤਿੰਨਾਂ ਨੂੰ ਬਣਾਉਣ ਦੇ ਵਿੱਚ ਇੰਡੀਆ ਨੇ ਮੇਜਰ ਰੋਲ ਪਲੇ ਕੀਤਾ ਹੈਗਾ। ਇਸ ਤੋਂ ਇਲਾਵਾ ਕੀ ਹੈ ਇਹ ਤਿੰਨ ਜਿਹੜਾ ਹੈ ਯੂਨਾਈਟਿਡ ਨੇਸ਼ਨ ਦੀਆਂ ਸਪੈਸ਼ਲਾਈਜ਼ਡ ਏਜੰਸੀਜ਼ ਵੀ ਨੇਗੀਆਂ, ਠੀਕ ਹੈ ਜੀ। ਮਤਲਬ ਇਹ ਤਿੰਨੇ ਹੀ IBRD, IFC ਤੇ IDA ਜਿਹੜੇ ਇਹ ਨੇ, ਇਹ ਤਿੰਨੇ ਜਿਹੜਾ ਹੈ ਯੂਨਾਈਟਿਡ ਨੇਸ਼ਨ ਦੀਆਂ ਸਪੈਸ਼ਲਾਈਜ਼ਡ ਏਜੰਸੀਆਂ ਵੀ ਨੇਗੀਆਂ। ਜਿਹੜੀ ਹੁਣੀ ਆਪਾਂ ਨੇ ਦੇਖੀ ਹੈ ਮਿਗਾ ਇਹਦੀ ਕੋਈ ਸਪੈਸ਼ਲਾਈਜ਼ਡ ਏਜੰਸੀ ਨਹੀਂ ਹੈਗੀ, ਠੀਕ ਹੈ ਜੀ। ਤੇ ਮਿਗਾ ਦਾ ਮੇਨ ਆਬਜੈਕਟਿਵ ਕੀ ਹੁੰਦਾ ਜੀ ਕਿ ਜਿਹੜੇ ਹੁਣ ਦੇਸ਼ ਵਿਕਾਸ ਕਰ ਚੁੱਕੇ ਨੇ ਜਾਂ ਜਿਹੜੀਆਂ ਇਕਨੋਮੀਜ਼, ਜਿਵੇਂ ਇੰਡੀਆ ਜਿਹੜੀ ਹੈ ਵਿਕਾਸ ਕਰ ਰਹੀ ਹੈਗੀ ਹੈ, ਠੀਕ ਹੈ, ਡਿਵੈਲਪ ਹੋ ਚੁੱਕੀ ਹੈ, ਬਟ ਫਿਰ ਵੀ ਜਿਹੜਾ ਹੈ ਅੱਛੀ ਖਾਸੀ ਸਿਚੁਏਸ਼ਨ ਦੇ ਵਿੱਚ ਹੈਗੀ ਹੈ। ਤਾਂ ਆਪਾਂ ਜਿਹੜਾ ਹੈ ਕ੍ਰੋਸ ਕੰਟਰੀ ਜਾਂ ਕ੍ਰੋਸ ਬਾਰਡਰ ਇਨਵੈਸਟਮੈਂਟ ਨੂੰ ਪ੍ਰਮੋਟ ਕਰਨਾ ਹੋਵੇ, ਮਤਲਬ ਇੱਕ ਦੇਸ਼ ਤੋਂ ਦੂਜੇ ਦੇਸ਼ ਦੇ ਵਿੱਚ ਆਪਾਂ ਨੇ ਇਨਵੈਸਟਮੈਂਟ ਨੂੰ ਪ੍ਰਮੋਟ ਕਰਨਾ ਹੋਵੇ, ਤਾਂ ਉਸ ਪਰਪਸ ਲਈ ਮੇਨ ਵਰਕ ਕਰਦੀ ਹੈ ਜੀ ਆਪਣੀ ਆਰਗੇਨਾਈਜੇਸ਼ਨ ਹੈ ਮਿਗਾ। ਮਿਗਾ ਦਾ ਮੇਨ ਆਬਜੈਕਟਿਵ ਕੀ ਹੈ? ਮਲਟੀਲੇਟਰਲ ਇਨਵੈਸਟਮੈਂਟ ਗਰੰਟੀ ਏਜੰਸੀ। ਇਹਦੇ ਵਿੱਚ ਕੀ ਆ ਗਿਆ ਜੀ, ਜਿਵੇਂ ਕਈ ਦੇਸ਼ਾਂ ਦੇ ਵਿੱਚ ਤੁਹਾਨੂੰ ਪਤਾ ਵੀ ਸਰਕਾਰਾਂ ਸਟੇਬਲ ਨਹੀਂ ਰਹਿੰਦੀਆਂ, ਪੋਲੀਟੀਕਲ ਰਿਸਕ ਰਹਿੰਦਾ ਹੈ। ਇਸ ਤੋਂ ਇਲਾਵਾ ਕੀ ਹੈ ਕ੍ਰੈਡਿਟ ਇਨਹੈਂਸਮੈਂਟ ਦਾ ਰਿਸਕ ਰਹਿੰਦਾ। ਤਾਂ ਇਹਦੇ ਕੇਸ ਦੇ ਵਿੱਚ ਜਿਹੜਾ ਹੈ ਜਿਹੜੇ ਕ੍ਰੈਡੀਟਰਸ ਨੇ ਜਾਂ ਲੈਂਡਰਸ ਨੇਗੇ ਉਹਨਾਂ ਨੂੰ ਗਰੰਟੀ ਦੇਣ ਦਾ ਕੰਮ ਕਰਦੀ ਹੈਗੀ ਹੈ ਮਿਗਾ। ਇਹਦੇ ਵਿੱਚ ਕੀ ਆ ਗਿਆ, ਮਤਲਬ ਜਿਹੜੇ ਆਪਣੇ ਅਲੱਗ-ਅਲੱਗ ਏਰੀਆਜ਼ ਜਾਂ ਰੀਜਨਸ ਹੋ ਗਏ ਉਹਨਾਂ ਨੂੰ ਜਿਹੜਾ ਹੈ ਗਰੰਟੀ ਦੇਣ ਦਾ ਕੰਮ ਕਰਦੀ ਹੈਗੀ ਹੈ ਆਪਣੀ ਮਿਗਾ ਆਰਗੇਨਾਈਜੇਸ਼ਨ। ਇਹਦੇ ਵਿੱਚ ਕੀ ਆ ਗਿਆ, ਅਗਰ ਸਪੋਜ਼ ਕਰੋ ਜਿਵੇਂ ਆਪਾਂ ਕਹਿ ਦਈਏ ਕਿ ਹੁਣ ਅਫਗਾਨਿਸਤਾਨ ਹੈ ਜੀ, ਅਫਗਾਨਿਸਤਾਨ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਤਾਲਿਬਾਨ ਦਾ ਰੂਲ ਚੱਲ ਰਿਹਾ ਹੈਗਾ। ਅਫਗਾਨਿਸਤਾਨ ਦੇ ਵਿੱਚ ਇੱਕ ਟਾਈਮ ਤੇ ਜਿਹੜਾ ਹੈ ਅਫਗਾਨਿਸਤਾਨ ਦੀ ਸਰਕਾਰ ਸੀ, ਜਦੋਂ ਸਰਕਾਰਾਂ ਕੰਮ ਕਰ ਰਹੀਆਂ ਸੀ ਤਾਂ ਸਰਕਾਰਾਂ ਇੱਕ ਦੂਸਰੇ ਦੇ ਨਾਲ ਐਗਰੀਮੈਂਟ ਵਗੈਰਾ ਸਾਈਨ ਕਰਦੀਆਂ ਸੀ ਕਿ ਤੁਸੀਂ ਸਾਡੇ ਦੇਸ਼ 'ਚ ਪ੍ਰੋਜੈਕਟ ਲਗਾਓ ਜਾਂ ਕੋਈ ਸਕੀਮ ਵਗੈਰਾ ਦੇ ਅੰਡਰ ਜਿਹੜਾ ਹੈ ਉੱਥੇ ਇਨਫਰਾਸਟਰਕਚਰ ਬਿਲਡਅਪ ਕਰੋ। ਬਟ ਹੁਣ ਜਿਹੜਾ ਹੈ ਉੱਥੇ ਅਫਗਾਨਿਸਤਾਨ 'ਚ ਤਾਲਿਬਾਨ ਦੀ ਸਰਕਾਰ ਆ ਗਈ, ਜਿਹਦੇ ਕਰਕੇ ਕੀ ਹੈ ਉੱਥੇ ਪੋਲੀਟੀਕਲ ਇਨਸਟੇਬਿਲਿਟੀ ਹੋਈ ਹੈ। ਪੋਲੀਟੀਕਲ ਇਨਸਟੇਬਿਲਿਟੀ ਹੋਣ ਕਰਕੇ ਕਿਤੇ ਨਾ ਕਿਤੇ ਉੱਥੇ ਜਿਹੜਾ ਹੈ ਫੋਰਨ ਡਾਇਰੈਕਟ ਇਨਵੈਸਟਮੈਂਟ ਬੇਸਿਕਲੀ ਜਿਹੜਾ ਹੈ ਜੀ ਆਪਾਂ ਮਿਗਾ ਕੀ ਕਰਦੀ ਹੈ ਕਿਸੇ ਦੇਸ਼ ਦੇ ਵਿੱਚ ਫੋਰਨ ਡਾਇਰੈਕਟ ਇਨਵੈਸਟਮੈਂਟ ਨੂੰ ਇਨਕਰੇਜ ਕਰਦੀ ਹੈਗੀ ਹੈ। ਫੋਰਨ ਡਾਇਰੈਕਟ ਇਨਵੈਸਟਮੈਂਟ ਕੀ ਹੋਗੀ, ਅਗਰ ਸਪੋਜ਼ ਕਰੋ ਫੋਰਨ ਡਾਇਰੈਕਟ ਇਨਵੈਸਟਮੈਂਟ ਦੇ ਅੰਡਰ ਆ ਗਿਆ ਜੀ, ਅਗਰ ਸਪੋਜ਼ ਕਰੋ ਕਿ ਮੈਨੇ ਆਪਦੇ ਭਰਾ ਨੂੰ ਕਿਹਾ, ਮੇਰਾ ਭਰਾ ਬਾਹਰ ਰਹਿੰਦਾ ਹੈ, ਠੀਕ ਹੈ, ਤੇ ਮੈਨੇ ਆਪਦੇ ਮੇਰਾ ਭਰਾ ਕੈਨੇਡਾ ਰਹਿੰਦਾ ਹੈਗਾ, ਤੇ ਮੇਰੇ ਭਰਾ ਨੂੰ ਮੈਨੇ ਕਿਹਾ ਕਿ ਤੂੰ ਇੰਡੀਆ ਆ ਜਾ, ਆਪਾਂ ਵਾਪਸ ਜਿਹੜਾ ਹੈ ਇੰਡੀਆ ਆ ਕੇ ਤੂੰ ਕੀ ਕਰ, ਆਪਾਂ ਦੋਨੋਂ ਰਲ ਕੇ ਕੀ ਕਰਦੇ ਹਾਂ ਇੱਕ ਇੰਸਟੀਟਿਊਟ ਖੜਾ ਕਰਦੇ ਹੈਗੇ ਆ, ਠੀਕ ਹੈ, ਇੰਸਟੀਟਿਊਟ ਖੜਾ ਕਰਦੇ ਹਾਂ ਤੇ ਆਪਾਂ ਨੂੰ ਅੱਛਾ ਖਾਸਾ ਪ੍ਰੋਫਿਟ ਹੈਗਾ, ਅੱਛਾ ਖਾਸਾ ਬਿਜ਼ਨਸ ਚੱਲੂਗਾ।
ਹੁਣ ਉਹਨੇ ਕੀ ਕੀਤਾ, ਉਹਨੇ ਮੈਨੂੰ ਜਿਹੜਾ ਹੈ 50 ਲੱਖ ਰੁਪਈਆ ਭੇਜਤਾ ਕਿ ਆਪਾਂ ਦੋਨੋਂ ਰਲ ਕੇ ਜਿਹੜਾ ਹੈ ਬਿਜ਼ਨਸ ਖੜਾ ਕਰਦੇ ਹਾਂ। ਹੁਣ ਇੰਸਟੀਚਿਊਟ ਖੜਾ ਕਰਨ ਲਈ ਜਿਹੜਾ ਹੈਗਾ ਪਹਿਲਾਂ ਕੀ ਚਾਹੀਦਾ ਹੋਊਗਾ, ਪਹਿਲਾਂ ਤਾਂ ਬਿਲਡਿੰਗ ਚਾਹੀਦੀ ਹੋਊਗੀ, ਬਿਲਡਿੰਗ ਮੈਨੇ ਰੈਂਟ ਤੇ ਪਰਚੇਜ਼ ਕਰ ਲਈ। ਇਸ ਤੋਂ ਇਲਾਵਾ ਜਿਹੜਾ ਹੈ ਅਲੱਗ-ਅਲੱਗ ਤਰੀਕੇ ਦਾ ਸਮਾਨ ਚਾਹੀਦਾ ਹੋਊਗਾ, ਜਿਵੇਂ ਇਨਫਰਾਸਟ੍ਰਕਚਰ ਬਿਲਡ ਕਰਨ ਲਈ ਬੈਂਚ ਚਾਹੀਦੇ ਹੋਣਗੇ, ਮਤਲਬ ਕੰਪਿਊਟਰ ਵਗੈਰਾ ਚਾਹੀਦੇ ਹੋਣਗੇ, ਬਲੈਕ ਬੋਰਡ ਚਾਹੀਦਾ ਹੋਊਗਾ, ਲਾਈਟਿੰਗ ਫੈਸਿਲਿਟੀ, ਪੱਖੇ ਵਗੈਰਾ, ਏਸੀ ਵਗੈਰਾ ਚਾਹੀਦਾ ਹੋਊਗਾ, ਤੇ ਇਹ ਲਗਾ ਲਏ। ਤੀਸਰਾ ਕੀ ਹੈ, ਮੈਂ ਟੀਚਰ ਹਾਇਰ ਕਰੂੰਗਾ, ਮਤਲਬ ਅਲੱਗ-ਅਲੱਗ ਸਬਜੈਕਟ ਦੇ ਮੈਂ ਟੀਚਰਸ ਰੱਖੂੰਗਾ ਜਿਹੜੇ ਕਿ ਪੜ੍ਹਾਉਣ ਦਾ ਕੰਮ ਕਰਨਗੇ। ਹੁਣ ਇਹ ਬੰਦੇ ਕੀ ਕਰਨਗੇ, ਬੇਸਿਕਲੀ ਉਹਨੇ ਤਾਂ ਪੈਸਾ ਭੇਜਿਆ ਸੀਗਾ, ਮੈਨੂੰ ਵੀ ਆਪਾਂ ਇੰਸਟੀਚਿਊਟ ਖੜਾ ਕਰਨਾ ਹੈ, ਬਟ ਇੰਸਟੀਚਿਊਟ ਦੇ ਖੜਾ ਕਰਨ ਦੇ ਲਈ ਜਿਹੜਾ ਹੈ ਅਲੱਗ-ਅਲੱਗ ਚੀਜ਼ਾਂ ਦੇ ਉੱਤੇ ਪੈਸਾ ਚਲਾ ਗਿਆ। ਤਾਂ ਉਹ ਪੈਸਾ ਜਿਹੜਾ ਕਿ ਆਪਣੇ ਗਰਾਊਂਡ ਲੈਵਲ ਦੇ ਉੱਤੇ ਕੋਈ ਐਸੈਟਸ ਵਗੈਰਾ ਕ੍ਰੀਏਟ ਕਰੇ, ਉਸ ਪੈਸੇ ਨੂੰ ਕਹਿੰਦੇ ਆ ਜੀ ਆਪਾਂ FDI। ਤਾਂ ਬੇਸਿਕਲੀ ਕੀ ਹੋ ਰਿਹਾ ਹੈ, ਜਿਹੜਾ ਆਪਣਾ ਮਿਗਾ ਦੇ ਅੰਡਰ ਹੋ ਰਿਹਾ, ਮਿਗਾ ਬੇਸਿਕਲੀ ਕਿਸ ਚੀਜ਼ ਨੂੰ ਪ੍ਰਮੋਟ ਕਰ ਰਿਹਾ ਕਿ ਆਪਾਂ ਨੇ ਦੂਸਰੇ ਦੇਸ਼ਾਂ ਦੇ ਵਿੱਚ ਪੈਸਾ ਇਨਵੈਸਟ ਕਰਨਾ ਹੈਗਾ, ਉੱਥੇ ਇਨਵੈਸਟਮੈਂਟ ਕਰਨੀ ਹੈਗੀ ਹੈ। ਜਿਵੇਂ ਤੁਸੀਂ ਸੁਣਿਆ ਹੋਊਗਾ ਕਈ ਸਾਰੀ ਕੰਪਨੀਜ਼ ਹੁੰਦੀਆਂ ਨੇ ਜਿਨ੍ਹਾਂ ਨੂੰ ਆਪਾਂ ਮਲਟੀਨੈਸ਼ਨਲ ਕੰਪਨੀਜ਼ ਕਹਿ ਦਿੰਦੇ ਹਾਂ, ਠੀਕ ਹੈ ਜੀ। ਤਾਂ ਮਲਟੀਨੈਸ਼ਨਲ ਕੰਪਨੀਜ਼ ਕੀ ਹੁੰਦੀਆਂ ਨੇ, ਜਿਹੜੀਆਂ ਕਈ ਦੇਸ਼ਾਂ ਦੇ ਵਿੱਚ ਵਰਕ ਕਰ ਰਹੀਆਂ ਹੁੰਦੀਆਂ ਨੇਗੀਆਂ, ਤਾਂ ਉਹ ਅਲੱਗ-ਅਲੱਗ ਦੇਸ਼ਾਂ ਦੇ ਵਿੱਚ FDI ਦੇ ਥਰੂ ਪੈਸਾ ਲਗਾਉਂਦੀਆਂ ਨੇਗੀਆਂ, ਤਾਂ ਹੀ ਉੱਥੇ ਬਿਲਡਅਪ ਕਰਦੀਆਂ ਨੇ ਆਪਦੇ ਐਸੈਟ ਵਗੈਰਾ। ਤਾਂ ਇਹਦੇ ਵਿੱਚ ਕੀ ਹੈਗਾ, ਕਵਰੇਜ ਅਗੇਂਸਟ ਐਕਸਪ੍ਰੋਪ੍ਰੀਏਸ਼ਨ ਬਾਈ ਦਾ ਗਵਰਨਮੈਂਟ। ਇਸ ਤੋਂ ਇਲਾਵਾ ਕੀ ਆ ਗਿਆ ਜੀ, ਆਪਣਾ ਜਿਹੜਾ ਹੈ ਮਿਗਾ ਬੇਸਿਕਲੀ ਇੱਕ ਗਰੰਟਰ ਦੇ ਤੌਰ ਤੇ ਕੰਮ ਕਰਦਾ ਕਿ ਤੁਸੀਂ ਜੇ ਕੰਮ ਸ਼ੁਰੂ ਕਰੋਗੇ ਤਾਂ ਉਸ ਕੰਮ ਦੀ ਜਿਹੜੀ ਹੈ ਅਸੀਂ ਗਰੰਟੀ ਵਗੈਰਾ ਵੀ ਦੇ ਦਿੰਦੇ ਹਾਂ। ਉਸ ਤੋਂ ਇਲਾਵਾ ਉੱਥੇ ਪੈਸਾ ਕਿਵੇਂ ਲਗਾਉਣਾ ਚਾਹੀਦਾ, ਉਹਦੇ ਰਿਗਾਰਡਿੰਗ ਕਿਹੜੀਆਂ ਸਕੀਮਸ ਹੋਣੀਆਂ ਚਾਹੀਦੀਆਂ ਨੇ, ਉਹਦੇ ਰਿਗਾਰਡਿੰਗ ਵੀ ਜਿਹੜਾ ਹੈ ਗਾਈਡਲਾਈਨਸ ਜਾਂ ਇੰਸਟਰਕਸ਼ਨ ਦੇਣ ਦਾ ਕੰਮ ਹੈ ਜਿਹੜਾ ਆਪਣਾ ਮਿਗਾ ਹੀ ਕਰਦਾ ਹੈਗਾ। ਤੇ ਲਾਸਟ ਆਰਗੇਨਾਈਜੇਸ਼ਨ ਆਈ ਜੀ ਆਪਣੀ ਇੰਟਰਨੈਸ਼ਨਲ ਸੈਂਟਰ ਫॉर ਸੈਟਲਮੈਂਟ ਆਫ ਡਿਸਪਿਊਟਸ। ਇੱਕ ਚੀਜ਼ ਯਾਦ ਰੱਖਿਓ ਜੀ, ਇਹਨਾਂ ਦਾ ਮਤਲਬ ਮਿਗਾ ਦਾ ਆਪਾਂ ਨੇ ਸਾਲ ਨਹੀਂ ਲਿਖਿਆ ਹੈਗਾ, ਮਿਗਾ ਦਾ ਸਾਲ ਹੈਗਾ ਜੀ 1988, ਤੇ IFC ਦਾ ਆਪਾਂ ਨੇ ਸਾਲ ਨਹੀਂ ਲਿਖਿਆ ਹੈਗਾ, IFC ਦਾ ਸਾਲ ਹੈਗਾ ਇੰਟਰਨੈਸ਼ਨਲ ਫਾਈਨੈਂਸ ਕਾਰਪੋਰੇਸ਼ਨ ਬਣਾਈ ਗਈ ਸੀ 1956 ਦੇ ਵਿੱਚ, ਠੀਕ ਹੈ ਜੀ। ਤੇ ਨੈਕਸਟ ਆਈ ਜੀ ਆਪਣੇ ਕੋਲੇ, ਨੈਕਸਟ ਆਰਗੇਨਾਈਜੇਸ਼ਨ ਦਾ ਨਾਮ ਹੈ ਇੰਟਰਨੈਸ਼ਨਲ ਸੈਂਟਰ ਫॉर ਸੈਟਲਮੈਂਟ ਆਫ ਡਿਸਪਿਊਟਸ। ਹੁਣ ਇਹਦੇ ਵਿੱਚ ਕੀ ਆ ਗਿਆ ਜੀ, 1966 ਦੇ ਵਿੱਚ ਪਹਿਲਾਂ ਤਾਂ ਆਰਗੇਨਾਈਜੇਸ਼ਨ ਇਹ ਬਣਾਈ ਗਈ ਹੈ। ਦੂਜਾ ਕੀ ਆ ਗਿਆ ਜੀ, ਹੁਣ ਇਹਦੇ ਨਾਮ ਤੋਂ ਪਤਾ ਲੱਗ ਰਿਹਾ ਹੈਗਾ ਵੀ ਜਿਹੜੇ ਇੰਟਰਨੈਸ਼ਨਲ ਇਨਵੈਸਟਮੈਂਟ ਡਿਸਪਿਊਟ ਆ ਗਏ ਤਾਂ ਉਹਨਾਂ ਨੂੰ ਸੁਲਝਾਉਣ ਦਾ ਕੰਮ ਕਰੂਗੀ ICSID। ਹੁਣ ਸਪੋਜ਼ ਕਰੋ ਤੁਸੀਂ ਸੁਣਿਆ ਹੋਊਗਾ ਜੀ ਇੱਕ ਵੀ ਕੰਪਨੀ ਦਾ ਨਾਮ ਸੁਣਿਆ ਹੋਊਗਾ, ਵੋਡਾਫੋਨ ਤੇ ਆਈਡੀਆ ਜਿਹੜੀ ਕੰਪਨੀ ਹੈਗੀ ਹੈ, ਜੀਓ, ਏਅਰਟੈਲ, ਠੀਕ ਹੈ। ਉਵੇਂ ਹੀ ਆਈਡੀਆ ਤੇ ਵੋਡਾਫੋਨ ਨੂੰ ਮਿਲਾ ਕੇ ਜਿਹੜੀ ਕੰਪਨੀ ਬਣੀ ਉਹ ਬਣ ਗਈ ਵੀ ਕੰਪਨੀ। ਹੁਣ ਵੀ ਦੇ ਵਿੱਚ ਜਿਹੜੀ ਇੱਕ ਕੰਪਨੀ ਹੈ ਉਹ ਹੈਗੀ ਹੈ ਵੋਡਾਫੋਨ। ਵੋਡਾਫੋਨ ਹੈ ਜਿਹੜੀ ਇਹ ਹੈਗੀ ਹੈ ਕੰਪਨੀ ਇੰਗਲੈਂਡ ਦੀ, ਠੀਕ ਹੈ। ਹੁਣ ਵੋਡਾਫੋਨ ਨੇ ਕੀ ਕੀਤਾ, ਵੋਡਾਫੋਨ ਨੇ ਇੰਡੀਆ ਦੇ ਵਿੱਚ ਪੈਸਾ ਇਨਵੈਸਟ ਕੀਤਾ, ਠੀਕ ਹੈ। ਹੁਣ ਇੰਡੀਅਨ ਗਵਰਨਮੈਂਟ ਨੇ ਕਿਸੇ ਕਾਰਨ ਕਰਕੇ ਇਹਦੇ ਤੇ ਕੇਸ ਕਰਤਾ ਜਾਂ ਇਹਦੇ ਤੋਂ ਟੈਕਸ ਵਗੈਰਾ ਜ਼ਿਆਦਾ ਵਸੂਲ ਕਰ ਲਿਆ, ਤਾਂ ਉਹਦਾ ਜਿਹੜਾ ਕੇਸ ਹੈਗਾ, ਉਹਦਾ ਕੇਸ ਦਾ ਮਸਲਾ ਜਿਹੜਾ ਹੈ ਬੇਸਿਕਲੀ ਸੁਲਝਾਇਆ ਜਾਊਗਾ ਇੰਟਰਨੈਸ਼ਨਲ ਸੈਂਟਰ ਫॉर ਸੈਟਲਮੈਂਟ ਆਫ ਇਨਵੈਸਟਮੈਂਟ ਡਿਸਪਿਊਟਸ। ਇਹ ਜਿਹੜਾ ਹੈਗਾ ਇਨਵੈਸਟਰਾਂ ਦੇ ਝਗੜੇ ਹੋ ਗਏ ਤੇ ਜਿਹੜੀ ਸਰਕਾਰਾਂ ਦੇ ਵਿੱਚ ਦੇ ਝਗੜੇ ਹੋ ਗਏ, ਇਹਨਾਂ ਨੂੰ ਜਿਹੜਾ ਹੈ ਡਿਸਪਿਊਟ ਨੂੰ ਸੈਟਲ ਕਰਨ ਦਾ ਕੰਮ ਕਰਦੀ ਹੈਗੀ ਹੈ। ਇਸ ਤੋਂ ਇਲਾਵਾ ਕੀ ਹੈ ਜੀ, ਇਸ ਤੋਂ ਇਲਾਵਾ ਜਿਹੜਾ ਹੈ ਕਈ ਸਟੇਟਸ ਦੇ ਵਿਚਕਾਰ ਡਿਸਪਿਊਟ ਹੋ ਸਕਦਾ ਹੈਗਾ ਇਨਵੈਸਟਮੈਂਟ ਟ੍ਰੀਟੀਜ਼ ਦੇ ਰਿਗਾਰਡਿੰਗ ਜਾਂ FTA ਫ੍ਰੀ ਟ੍ਰੇਡ ਐਗਰੀਮੈਂਟ ਦੇ ਰਿਗਾਰਡਿੰਗ, ਜਿਹਦੇ ਵਿੱਚ ਕੀ ਹੈਗਾ ਕਾਫੀ ਘੱਟ ਟੈਕਸ ਲਗਾਇਆ ਜਾਂਦਾ ਇੱਕ ਦੇਸ਼ ਤੋਂ ਦੂਸਰੇ ਦੇਸ਼ 'ਚ ਜਦੋਂ ਸਮਾਨ ਜਾਂਦਾ ਹੈਗਾ। ਮਤਲਬ ਅਲੱਗ-ਅਲੱਗ ਸਬਜੈਕਟਸ ਦੇ ਰਿਗਾਰਡਿੰਗ ਜਿਹੜਾ ਹੈ ਇਹਦੇ ਵਿੱਚ ਮਸਲੇ ਨੂੰ ਸੁਲਝਾਇਆ ਜਾਂਦਾ ਹੈਗਾ। ਹੁਣ ਇੱਕ ਚੀਜ਼ ਯਾਦ ਰੱਖਿਓ ਜੀ, ਜਿਹੜੀਆਂ ਵੀ ਆਪਾਂ 4 ਆਰਗੇਨਾਈਜੇਸ਼ਨਸ ਦੀ ਗੱਲ ਕੀਤੀ ਹੈ, IBRD ਹੋ ਗਿਆ, IDA ਹੋ ਗਿਆ, IFC ਹੋ ਗਿਆ ਤੇ ਮਿਗਾ ਹੋ ਗਿਆ, ਤੇ ਪੰਜਵੀਂ ਆਰਗੇਨਾਈਜੇਸ਼ਨ ਹੈ ਇਹ ਵਾਲੀ। ਇਹਨਾਂ ਚਾਰਾਂ ਦਾ ਇੰਡੀਆ ਮੈਂਬਰ ਹੈਗਾ, ਠੀਕ ਹੈ ਜੀ। ਬਟ ਜਿਹੜੀ ਆਹ ਵਾਲੀ ਆਰਗੇਨਾਈਜੇਸ਼ਨ ਹੈ ICSID, ਇੰਡੀਆ ਇਜ਼ ਦਾ ਮੈਂਬਰ ਨਹੀਂ ਹੈਗਾ। ਇੰਡੀਆ ਇਜ਼ ਦਾ ਮੈਂਬਰ ਕਿਉਂ ਨਹੀਂ ਹੈਗਾ ਜੀ, ਪਹਿਲੀ ਗੱਲ ਕੀ ਹੈ, ਇਹਦੇ ਵਿੱਚ ਹੁਣ ਵਰਲਡ ਬੈਂਕ ਦੇ ਵਿੱਚ ਜਿਹੜੇ ਡਿਵੈਲਪਡ ਇਕਨੋਮੀਜ਼ ਨੇ ਇਹਨਾਂ ਦਾ ਬੋਲਬਾਲਾ ਜ਼ਿਆਦਾ ਹੈਗਾ। ਮਤਲਬ ਅਮਰੀਕਾ ਹੋ ਗਿਆ, UK ਹੋ ਗਿਆ, ਇਹਨਾਂ ਦੀ ਬੋਲਬਾਲਾ ਮਤਲਬ ਇਹਨਾਂ ਦੀ ਚੌਧਰ ਜ਼ਿਆਦਾ ਚੱਲਦੀ ਹੈਗੀ ਆ ਵਰਲਡ ਬੈਂਕ ਦੇ ਵਿੱਚ। ਤਾਂ ਕਿਤੇ ਨਾ ਕਿਤੇ ਵਰਲਡ ਬੈਂਕ ਵੀ ਜਿਹੜਾ ਹੈ ਇਹੋ ਜਿਹੀ ਕੰਟਰੀਜ਼ ਨੂੰ ਜ਼ਿਆਦਾ ਫੇਵਰ ਕਰੂਗਾ ਜਿਨ੍ਹਾਂ ਦਾ ਜ਼ਿਆਦਾ ਕੰਟਰੀਬਿਊਸ਼ਨ ਹੈ। ਤਾਂ ਇੰਡੀਆ ਇੱਕ ਡਿਵੈਲਪਿੰਗ ਇਕਨੋਮੀ ਹੋ ਗਿਆ, ਜਿਹੜੇ ਦੇਸ਼ ਵਿਕਾਸ ਕਰ ਚੁੱਕੇ ਨੇ ਡਿਵੈਲਪਡ ਇਕਨੋਮੀਜ਼ ਨੇਗੀਆਂ, ਜਦੋਂ ਇਹ ਉਹਨਾਂ ਨੂੰ ਫੇਵਰ ਕਰਦਾ ਤਾਂ ਇਹ ਨਿਊਟਰਲ ਤਰੀਕੇ ਨਾਲ ਵਰਕ ਨਹੀਂ ਕਰ ਰਿਹਾ ਹੈਗਾ, ਜਾਂ ਜਿਹੜੇ ਮਾੜੇ ਦੇਸ਼ ਨੇ ਉਹਨਾਂ ਦੇ ਖਿਲਾਫ ਕੰਮ ਕਰ ਰਿਹਾ। ਤਾਂ ਇੰਡੀਆ ਕੀ ਕਹਿੰਦਾ ਵੀ ਇੰਡੀਆ ਜਿਹੜਾ ਹੈ ਇਹੋ ਜਿਹੇ ਮਾਮਲਿਆਂ ਦੇ ਵਿੱਚ ਦਖਲਅੰਦਾਜ਼ੀ ਨਹੀਂ ਕਰੂਗਾ। ਕਿਉਂਕਿ ਇੱਕ ਚੀਜ਼ ਹੋ ਰਿਹਾ ਜੇ ਇੰਡੀਆ ਇਹਦਾ ਮੈਂਬਰ ਬਣ ਗਿਆ, ਠੀਕ ਹੈ, ਤੇ ਇਹਦੇ ਵਿੱਚ ਜੇਕਰ ਕੋਈ ਵੀ ਫੈਸਲਾ ਆ ਗਿਆ, ਸਪੋਜ਼ ਕਰੋ ਕਿ ਆਪਾਂ ਨੇ ਕਹਿਤਾ ਵੀ ਆਪਾਂ ਨੇ ਵੀ ਕੰਪਨੀ ਦੇ ਉੱਤੇ 10,000 ਦਾ ਟੈਕਸ ਲਗਾਇਆ, ਠੀਕ ਹੈ, ਤੇ ਇਹਦੇ ਵਿੱਚ ਜੇ ਇੰਡੀਆ ਇਹਦਾ ਮੈਂਬਰ ਹੁੰਦਾ ਤੇ ਇਹਨਾਂ ਨੇ ਕਹਿਤਾ ਵੀ 10,000 ਕਰੋੜ ਦਾ ਕਰਜ਼ਾ ਮਾਫ ਕੀਤਾ ਜਾਵੇ ਜਾਂ ਟੈਕਸ ਮਾਫ ਕੀਤਾ ਜਾਵੇ।
ਜਿਹੜੀ ਵੀ ਆਰਗੇਨਾਈਜੇਸ਼ਨ ਜਾਂ ਜਿਹੜਾ ਵੀ ਦੇਸ਼ ਇਸ ਦਾ ਮੈਂਬਰ ਹੋਊਗਾ ਤਾਂ ਉਹ ਦੇਸ਼ ਨੂੰ ਇਸ ਦਾ ਦਿੱਤਾ ਹੋਇਆ ਫੈਸਲਾ ਮੰਨਣਾ ਪਊਗਾ। ਦੂਜੀ ਗੱਲ ਕੀ ਹੈ, ਆਪਣੇ ਦੇਸ਼ ਦੇ ਵਿੱਚ ਤਾਂ ਆਪਾਂ ਸੁਪਰੀਮ ਕੋਰਟ ਦਾ ਫੈਸਲਾ ਫਾਈਨਲ ਮੰਨਦੇ ਹੈਗੇ, ਜੇ ਆਪਾਂ ਨੇ ਕਿਸੇ ਚੀਜ਼ ਨੂੰ ਚੈਲੰਜ ਕਰਨਾ ਹੋਵੇ ਡਿਸਟ੍ਰਿਕਟ ਕੋਰਟ, ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਕਰਾਂਗੇ। ਬਟ ਜਿਹੜਾ ICSID ਦਾ ਮਤਲਬ ਫੈਸਲਾ ਹੋਊਗਾ, ਇਹਦੀ ਜਿਹੜੀ ਮਤਲਬ ਵਰਡਿਕਟ ਵਗੈਰਾ ਹੋਊਗੀ, ਉਹਨੂੰ ਤੁਸੀਂ ਹੋਰ ਕਿਤੇ ਚੈਲੰਜ ਵੀ ਨਹੀਂ ਕਰ ਸਕਦੇ, ਉਹਨੂੰ ਚੈਲੰਜ ਵੀ ਤੁਸੀਂ ਇੱਥੇ ਹੀ ਕਰੋਗੇ, ਠੀਕ ਹੈ। ਤਾਂ ਕਿਤੇ ਨਾ ਕਿਤੇ ਜਿਹੜਾ ਹੈ ਇਹ ਨਿਊਟਰਲ ਤਰੀਕੇ ਨਾਲ ਵਰਕ ਨਹੀਂ ਕਰ ਰਿਹਾ, ਜਿਹਦੇ ਕਰਕੇ ਕੀ ਹੈ ਇੰਡੀਆ ਇਸ ਦਾ ਮੈਂਬਰ ਨਹੀਂ ਹੈਗਾ, ਠੀਕ ਹੈ ਜੀ। ਤਾਂ ਇੱਕ ਚੀਜ਼ ਯਾਦ ਰੱਖਿਓ, ਇੰਡੀਆ ਜਿਹੜਾ ਹੈ ਇਹਨਾਂ ਚਾਰਾਂ ਆਰਗੇਨਾਈਜੇਸ਼ਨਸ ਦਾ ਮੈਂਬਰ ਹੈਗਾ ਤੇ ਇਹ ਆਰਗੇਨਾਈਜੇਸ਼ਨ ਦਾ ਮੈਂਬਰ ਨਹੀਂ ਹੈਗਾ, ਠੀਕ ਹੈ ਜੀ। ਤੇ ਬੇਸਿਕਲੀ ਇਹਦਾ ਮੇਜਰ ਵਰਕ ਕੀ ਹੋ ਗਿਆ, ਇਹਨੇ ਜਿਹੜਾ ਹੈ ਮੀਡੀਏਸ਼ਨ ਦਾ ਕੰਮ ਕਰਨਾ ਹੈ, ਮੁੱਦੇ ਨੂੰ ਜਾਂ ਮਸਲੇ ਨੂੰ ਸੁਲਝਾਉਣ ਦਾ ਕੰਮ ਕਰਨਾ ਹੈਗਾ। ਜਿਵੇਂ ਦੋ ਬੰਦਿਆਂ ਦੇ ਵਿੱਚ ਝਗੜਾ ਹੋ ਰਿਹਾ ਹੋਵੇ, ਤੀਜਾ ਜਿਹੜਾ ਬੰਦਾ ਵਿਚੋਲਾ ਪਾ ਲੈਂਦੇ ਹੈਗੇ ਆਪਾਂ ਲੜਾਈ ਝਗੜੇ ਨੂੰ ਖਤਮ ਕਰਨ ਲਈ, ਤਾਂ ਉਹ ਪਰਸਨ ਕੀ ਹੋਊਗਾ, ਉਹ ਮੀਡੀਏਸ਼ਨ ਦਾ ਕੰਮ ਕਰੂਗਾ। ਉਹੀ ਕੰਮ ਹੈ ਜਿਹੜਾ ਇਹ ICSID ਇੰਟਰਨੈਸ਼ਨਲ ਸੈਂਟਰ ਫॉर ਸੈਟਲਮੈਂਟ ਆਫ ਡਿਸਪਿਊਟਸ ਕਰ ਰਿਹਾ ਹੈਗਾ। ਹੁਣ ਨੈਕਸਟ ਆਪਣੇ ਕੋਲੇ ਆਇਆ ਜੀ ਵਰਲਡ ਬੈਂਕ ਦੇ ਦੁਆਰਾ ਜਿਹੜਾ ਹੈ ਕਿਹੜੀਆਂ ਰਿਪੋਰਟਸ ਨੇ ਜਿਹੜੀਆਂ ਹਰ ਸਾਲ ਜਾਰੀ ਕੀਤੀਆਂ ਜਾਂਦੀਆਂ ਨੇ। ਤੇ ਪਹਿਲੀ ਰਿਪੋਰਟ ਦਾ ਨਾਮ ਹੈ ਜੀ ਈਜ਼ ਆਫ ਡੂਇੰਗ ਬਿਜ਼ਨਸ। ਈਜ਼ ਆਫ ਡੂਇੰਗ ਬਿਜ਼ਨਸ ਦਾ ਵਿੱਚ ਕੀ ਆ ਗਿਆ ਜੀ, ਮਤਲਬ ਦੇਸ਼ ਦੇ ਵਿੱਚ ਕੰਮ ਕਰਨ ਦਾ ਮਾਹੌਲ ਹੈ ਜਿਹੜਾ, ਮਤਲਬ ਸਰਕਾਰਾਂ ਕਿੰਨਾ ਕੁ ਵਰਕ ਕਰ ਰਹੀਆਂ ਨੇ ਜਿਹਦੇ ਨਾਲ ਕੀ ਆ ਬਿਜ਼ਨਸ ਨੂੰ ਸੈਟਅਪ ਕਰਨ ਦੇ ਵਿੱਚ ਕੋਈ ਦਿੱਕਤ ਨਾ ਆਵੇ ਜਾਂ ਈਜ਼ੀਲੀ ਆਪਾਂ ਕਿਸੇ ਕੰਟਰੀ 'ਚ ਬਿਜ਼ਨਸ ਸੈਟਅਪ ਕਰ ਦਈਏ। ਤੇ ਇਹ ਜਿਹੜੀ ਰਿਪੋਰਟ ਹੈ ਰੀਸੈਂਟਲੀ ਮਤਲਬ ਹਾਲ ਹੀ ਦੇ ਵਿੱਚ ਇਹਨਾਂ ਨੇ ਪਬਲਿਸ਼ ਕਰਨੀ ਬੰਦ ਵੀ ਕੀਤੀ ਹੈਗੀ ਹੈ। ਤੇ ਹਿਊਮਨ ਕੈਪੀਟਲ ਇੰਡੈਕਸ ਹੋ ਗਿਆ, ਵਰਲਡ ਡਿਵੈਲਪਮੈਂਟ ਰਿਪੋਰਟ ਹੋ ਗਿਆ। ਇਸ ਤੋਂ ਇਲਾਵਾ ਜਿਹੜਾ ਹੈ ਜੀ ਕੁਝ ਰਿਪੋਰਟਸ ਹੋਰ ਮਤਲਬ ਜਿਹੜਾ ਹੈ ਵਰਲਡ ਬੈਂਕ ਜਾਰੀ ਕਰਦਾ ਹੈ। ਵਰਲਡ ਬੈਂਕ ਪੇਪਰ ਔਨ ਇੰਡੀਆਜ਼ ਪੋਵਰਟੀ, ਸਾਊਥ ਏਸ਼ੀਆ ਇਕਨੋਮਿਕ ਫੋਕਸ ਤੇ ਗਰਾਊਂਡ ਵੈਲ ਰਿਪੋਰਟ, ਠੀਕ ਹੈ ਜੀ। ਤੇ ਇਸ ਦੇ ਨਾਲ ਹੀ ਕੀ ਹੈਗਾ, ਵਰਲਡ ਬੈਂਕ ਬੇਸਿਕਲੀ ਇਹ ਜਿਹੜੀ ਰਿਪੋਰਟ ਹੈ ਬਾਈਐਨੂਅਲ ਹੈਗੀ ਹੈ, ਜਿਹੜੀ ਬਾਈਐਨੂਅਲ ਮਤਲਬ ਸਾਲ ਦੇ ਵਿੱਚ 2 ਵਾਰ ਆਉਣ ਵਾਲੀ ਹੈਗੀ ਹੈ। ਹੁਣ ਵਰਲਡ ਬੈਂਕ ਜਿਹੜਾ ਹੈ ਜੀ ਇਹ ਮੇਜਰ ਵਰਕ ਤਾਂ ਇਹੀ ਕਰਦਾ ਹੈਗਾ, ਬਟ ਇੰਡੀਆ ਦੇ ਕੰਟੈਕਸਟ ਦੇ ਵਿੱਚ ਇਹਦਾ ਰੋਲ ਕੀ ਰਿਹਾ ਹੈਗਾ। ਇੰਡੀਆ ਦੇ ਵਿੱਚ ਜਿਹੜਾ ਹੈ ਜੀ ਮਤਲਬ ਅਲੱਗ-ਅਲੱਗ ਪ੍ਰੋਜੈਕਟਸ ਨੂੰ ਜਿਹੜਾ ਹੈ, ਹੁਣ ਇੰਡੀਆ ਜਦੋਂ ਆਜ਼ਾਦ ਹੋਇਆ, ਇੰਡੀਆ ਬੇਸਿਕਲੀ ਕੀ ਹੈਗਾ 1947 ਦੇ ਵਿੱਚ ਆਜ਼ਾਦ ਹੋ ਗਿਆ। ਇੰਡੀਆ ਦੇ ਵਿੱਚ ਕਈ ਸਾਰੇ ਡਿਵੈਲਪਮੈਂਟਲ ਪ੍ਰੋਜੈਕਟਸ, ਤੁਸੀਂ 5 ਈਅਰ ਪਲਾਨ 5 ਸਾਲਾ ਯੋਜਨਾਵਾਂ ਬਾਰੇ ਪੜ੍ਹਿਆ ਹੋਊਗਾ। ਜਦੋਂ ਹੁਣ ਆਪਾਂ ਨੇ ਪਹਿਲਾ 5 ਈਅਰ ਪਲਾਨ ਬਣਾਇਆ ਤਾਂ ਉਸ ਟਾਈਮ ਤੇ ਆਪਾਂ ਨੇ ਕਈ ਸਾਰੇ IITs ਬਣਾਏ ਨੇ, ਇਸ ਤੋਂ ਇਲਾਵਾ ਕਈ ਸਾਰੇ ਡੈਮਸ ਬਣਾਉਣੇ ਸ਼ੁਰੂ ਕੀਤੇ ਨੇ। ਤਾਂ ਉਹਦੇ ਰਿਗਾਰਡਿੰਗ ਆਪਾਂ ਨੇ ਜਿਹੜਾ ਲੋਨ ਵਗੈਰਾ ਲਿੱਤਾ ਸੀ ਤਾਂ ਉਹ ਵੀ ਜਿਹੜਾ ਲਿੱਤਾ ਵਰਲਡ ਬੈਂਕ ਤੋਂ ਲਿੱਤਾ। ਤੇ ਇਦਾਂ ਨਹੀਂ ਹੈਗਾ ਇੰਡੀਆ ਵਾਪਸ ਨਹੀਂ ਕਰਦਾ, ਇੰਡੀਆ ਟਾਈਮ ਟੂ ਟਾਈਮ ਜਿਹੜਾ ਹੈ ਪੈਸੇ ਵਾਪਸ ਕਰਦਾ ਰਹਿੰਦਾ। ਤੇ 1947 ਤੋਂ ਲੈ ਕੇ 1980 ਤੱਕ ਜਿਹੜਾ ਹੈ ਆਪਾਂ ਨੂੰ ਅੱਛਾ ਖਾਸਾ ਪੈਸਾ ਆਉਂਦਾ ਰਿਹਾ, ਬਟ 1947 ਤੋਂ 80 ਤੱਕ ਕਈ ਦੇਸ਼ ਹੋਰ ਵੀ ਆਜ਼ਾਦ ਹੋਏ ਨੇ ਤਾਂ ਵਰਲਡ ਬੈਂਕ ਨੇ ਉਹਨਾਂ ਨੂੰ ਵੀ ਲੋਨ ਦੇਣਾ ਸ਼ੁਰੂ ਕੀਤਾ। ਚਾਈਨਾ 1980 ਦੇ ਵਿੱਚ ਜਾ ਕੇ ਜਿਹੜਾ ਹੈ ਵਰਲਡ ਬੈਂਕ ਗਰੁੱਪ ਦਾ ਮੈਂਬਰ ਬਣਦਾ ਹੈਗਾ ਤੇ ਚਾਈਨਾ ਨੂੰ ਵੀ ਥੋੜਾ ਬਹੁਤਾ ਹੁਣ ਲੋਨ ਦੇਣਾ ਸੀਗਾ। ਤਾਂ ਕਿਤੇ ਨਾ ਕਿਤੇ ਹੌਲੀ ਹੌਲੀ ਜਿਹੜਾ ਹੈ ਆਪਣਾ ਸ਼ੇਅਰ ਵਰਲਡ ਬੈਂਕ ਦੇ ਮਤਲਬ ਵਰਲਡ ਬੈਂਕ ਦਾ ਜਿੰਨਾ ਪੈਸਾ ਆਪਾਂ ਨੂੰ ਦਿੰਦਾ ਸੀ ਉਹਦਾ ਸ਼ੇਅਰ ਘਟਦਾ ਹੈ, ਬਟ ਐਸਾ ਅੱਛੀ ਖਾਸੀ ਗ੍ਰਾਂਟ ਆਪਾਂ ਨੂੰ ਮਿਲਦੀ ਰਹੀ ਹੈਗੀ ਹੈ। ਜਿਵੇਂ ਕਿ ਭਾਰਤ ਦੇ ਵਿੱਚ ਗੰਗਾ ਰੈਜੂਵਨੇਸ਼ਨ ਪ੍ਰੋਜੈਕਟ ਹੋ ਗਿਆ ਦੇ, ਇਸ ਤੋਂ ਇਲਾਵਾ ਜਿਹੜੇ ਆਪਾਂ ਨੇ ਇੰਡੀਆ ਦੇ ਵਿੱਚ ਡੈਮਸ ਬਣੇ ਹੋਏ ਨੇ, ਡੈਮਸ ਦੀ ਸੇਫਟੀ ਨੂੰ ਰੈਗੂਲੇਟ ਕਰਦੇ ਹੋਏ ਜਿਹੜਾ ਹੈ ਇਹਨਾਂ ਦੇ ਵਰਕਿੰਗ ਦੇ ਉੱਤੇ ਕੰਮ ਕਰਨਾ ਸੀ। ਇਸ ਤੋਂ ਇਲਾਵਾ ਤੁਸੀਂ ਇੱਕ ਹੋਰ ਸੁਣਿਆ ਹੋਣਾ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਹੋ ਗਈ, ਠੀਕ ਹੈ ਜੀ, ਵੀ ਪਿੰਡਾਂ ਦੇ ਵਿੱਚ PM ਗ੍ਰਾਮ ਸੜਕ ਯੋਜਨਾ ਦੇ ਕਰਕੇ ਜਿਹੜਾ ਹੈ ਭਾਰਤ ਸਰਕਾਰ ਕੀ ਹੈਗੀ ਹੈ ਸੜਕਾਂ ਬਣਾਉਣ ਦਾ ਕੰਮ ਕਰ ਰਹੀ ਹੈਗੀ ਹੈ। ਇਸ ਤੋਂ ਇਲਾਵਾ ਕੀ ਹੈ ਜੀ ਆਪਣਾ ਐਜੂਕੇਸ਼ਨ ਫॉर ਆਲ ਜਾਂ ਸਰਵ ਸਿੱਖਿਆ ਅਭਿਆਨ ਜਿਹੜਾ ਹੈਗਾ, ਇਹ ਜਿਹੜੇ ਪ੍ਰੋਜੈਕਟ ਨੇਗੇ ਇਹਨਾਂ ਨੂੰ ਵੀ ਜਿਹੜਾ ਹੈ ਵਰਲਡ ਬੈਂਕ ਦੇ ਅੰਡਰ ਹੀ ਫੰਡਿੰਗ ਵਗੈਰਾ ਪ੍ਰੋਵਾਈਡ ਕੀਤੀ ਗਈ ਹੈਗੀ ਹੈ, ਠੀਕ ਹੈ ਜੀ। ਮਤਲਬ ਕਈ ਸਾਰੇ ਪ੍ਰੋਜੈਕਟ ਨੇਗੇ ਜਿਨ੍ਹਾਂ ਨੂੰ ਕੀ ਹੈਗਾ ਵਰਲਡ ਬੈਂਕ ਇੰਡੀਆ ਦੇ ਵਿੱਚ ਏਡ ਦੇ ਤੌਰ ਤੇ ਹੈਲਪ ਦੇ ਤੌਰ ਤੇ ਫਾਈਨੈਂਸ਼ੀਅਲ ਹੈਲਪ ਕਰਦਾ ਰਿਹਾ ਹੈਗਾ, ਠੀਕ ਹੈ ਜੀ। ਤੇ ਵਰਲਡ ਬੈਂਕ ਗਰੁੱਪ ਦਾ ਜਿਹੜਾ ਹੈ ਬੇਸਿਕਲੀ ਇਹਦੇ ਵਿੱਚ ਰਿਫਾਰਮਸ ਦੀ ਗੱਲ ਕੀਤੀ ਜਾਂਦੀ ਹੈ। ਰਿਫਾਰਮਸ ਇਨ ਦਾ ਸੈਂਸ ਜੈਸੇ ਚਾਈਨਾ ਹੋ ਗਿਆ ਜੀ, ਇੰਡੀਆ ਹੋ ਗਿਆ, ਅੱਜ ਦੀ ਡੇਟ ਦੇ ਵਿੱਚ ਵਰਲਡ ਦੀਆਂ ਟੌਪ 10 ਇਕਨੋਮੀਜ਼ ਦੇ ਵਿੱਚ ਆ ਰਹੇ ਨੇਗੇ। ਤਾਂ ਵਰਲਡ ਬੈਂਕ ਦੇ ਵਿੱਚ ਜਿਹੜਾ ਹੈ ਮਤਲਬ ਅਲੱਗ-ਅਲੱਗ ਕਰੰਸੀਜ਼ ਨੂੰ ਹੋਰ ਨੂੰ ਐਡ ਕੀਤਾ ਜਾਵੇ, ਜ਼ਰੂਰੀ ਨਹੀਂ ਕਿ ਡਾਲਰ ਦੇ ਵਿੱਚ ਹੀ ਪੈਸਾ ਦੇਣਾ। ਦੂਸਰਾ ਕੀ ਹੈਗਾ ਜੀ ਇਹਦੇ ਵਿੱਚ ਮਤਲਬ ਅਲੱਗ-ਅਲੱਗ ਮੈਂਬਰਸ਼ਿਪ ਨੂੰ ਇਨਹੈਂਸ ਕੀਤਾ ਜਾਵੇ। ਮੈਂਬਰਸ਼ਿਪ ਇਨਹੈਂਸ ਕਰਨ ਦਾ ਮਤਲਬ ਵੀ ਟਾਈਮ ਟੂ ਟਾਈਮ ਇਹਦੇ ਵਿੱਚ ਰਿਫਾਰਮ ਕੀਤੇ ਜਾਣ। ਇਸ ਤੋਂ ਇਲਾਵਾ ਜਿਵੇਂ ਅਲੱਗ-ਅਲੱਗ ਏਸ਼ੀਅਨ ਇਨਫਰਾਸਟਰਕਚਰ ਇਨਵੈਸਟਮੈਂਟ ਬੈਂਕ ਬਣ ਗਿਆ, ਠੀਕ ਹੈ। ਮਤਲਬ ਅਲੱਗ-ਅਲੱਗ ਰੀਜਨਸ ਦੀ ਡਿਮਾਂਡ ਨੂੰ ਦੇਖਦੇ ਹੋਏ ਜਿਹੜਾ ਹੈਗਾ ਉਹਨਾਂ ਦੀ ਵਿਸ਼ ਨੂੰ ਫੁਲਫਿਲ ਕਰਨ ਦੇ ਲਈ ਕੰਮ ਕੀਤਾ ਜਾਵੇ। ਮਤਲਬ ਟਾਈਮ ਟੂ ਟਾਈਮ ਇਹਦੇ ਵਿੱਚ ਰਿਫਾਰਮਸ ਦੀ ਮੰਗ ਵੀ ਉੱਠਦੀ ਆ ਰਹੀ ਹੈਗੀ ਹੈ, ਠੀਕ ਹੈ ਜੀ। ਸੋ ਅੱਜ ਦੇ ਸੈਸ਼ਨ ਦੇ ਵਿੱਚ ਗਾਈਜ਼ ਇੰਨਾ ਹੀ। ਹੋਪਫੁਲੀ ਇਹ ਸੈਸ਼ਨ ਤੁਹਾਡੇ ਲਈ ਕਿਸੇ ਨਾ ਕਿਸੇ ਤਰੀਕੇ ਨਾਲ ਫਾਇਦੇਮੰਦ ਰਿਹਾ ਹੋਊਗਾ, ਠੀਕ ਹੈ ਜੀ। ਮਿਲਦੇ ਹਾਂ ਨੈਕਸਟ ਸੈਸ਼ਨ ਦੇ ਵਿੱਚ, ਤਦ ਤੱਕ ਲਈ ਥੈਂਕ ਯੂ, ਧਿਆਨ ਰੱਖਿਓ, ਠੀਕ ਹੈ ਜੀ, ਮਿਲਦੇ ਹਾਂ।